ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਕ ਹਾਜ਼ਰ ਨਾਜ਼ਰ ਜਾਗਦੀ ਜੋਤ ਸਰਬ ਕਲਾ ਸਮਰੱਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਲੜੀਵਾਰ ਉਚਾਰ ਆਰੰਭ ਕੀਤੀ ਹੋਈ ਹੈ, ਉਸ ਦੇ ਆਪਾਂ 157 ਅੰਗ 'ਤੇ ਪਹੁੰਚੇ ਹੋਏ ਹਾਂ। ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਸਦਕਾ, ਬਖਸ਼ਿਸ਼ ਸਦਕਾ ਹੁਣ ਆਪਾਂ ਅੱਗੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। 157 ਅੰਗ 'ਤੇ ਕੁਛ ਪੰਕਤੀਆਂ ਆਪਾਂ ਉਚਾਰ ਲਈਆਂ ਸੀ। ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਸਦਕਾ ਵੀਡੀਓ ਘੱਟ ਹੋ ਗਈ ਸੀ, ਮੈਮਰੀ ਫੁੱਲ ਹੋਣ ਕਾਰਨ। ਆਪਾਂ ਪਹੁੰਚੇ ਹੋਏ ਸੀ ਕੋਕਿਲ ਹੋਵਾ ਅੰਬ ਬਸਾ ਸਹਿਜ ਸ਼ਬਦ ਵਿਚਾਰ। ਗੁਰੂ ਸਾਹਿਬ ਜੀ ਆਪਾਂ ਨੂੰ ਸਮਝਾ ਰਹੇ ਹਨ ਕੋਇਲ ਦੀ ਉਦਾਹਰਨ ਦੇ ਕੇ ਕਿ ਕੋਇਲ ਦੀ ਅੰਬ ਨਾਲ ਪ੍ਰਸਿੱਧ ਪ੍ਰੀਤ ਜਿਹੜੀ ਪ੍ਰਸਿੱਧ ਹੈ। ਅੰਬ ਉੱਤੇ ਬੈਠ ਕੇ ਕੋਇਲ ਮਿੱਠੀ ਮਸਤ ਸੁਰ ਵਿੱਚ ਕੂਕਦੀ ਹੈ। ਜੇ ਮੇਰੀ ਪ੍ਰੀਤ ਪ੍ਰਭੂ ਨਾਲ ਇਹੋ ਜਿਹੀ ਹੋ ਜਾਏ ਜੈਸੀ ਕੋਇਲ ਦੀ ਅੰਬ ਨਾਲ ਹੈ, ਤਾਂ ਮੈਂ ਕੋਇਲ ਬਣਾ ਅੰਬ ਉੱਤੇ ਬੈਠਾਂ, ਭਾਵ ਪ੍ਰਭੂ ਨਾਮ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲਵਾਂ ਅਤੇ ਮਸਤ ਅਡੋਲ ਹਾਲਤ ਵਿੱਚ ਟਿਕ ਕੇ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਦੀ ਵਿਚਾਰ ਕਰਾਂ, ਸ਼ਬਦ ਦੇ ਵਿੱਚ ਚਿੱਤ ਜੋੜਾਂ। ਜੋ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਦਾਸ ਨੂੰ ਇਹ ਬਖਸ਼ਿਸ਼ ਪ੍ਰੀਤ ਕੀਤੀ ਹੈ, ਕੋਇਲ ਦੇ ਅੰਬ ਵਾਲੀ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ ਇੱਦਾਂ ਹੀ ਬਖਸ਼ਿਸ਼ ਕੀਤੀ ਰੱਖੇ। ਗੁਰੂ ਸਾਹਿਬ ਜੀ ਆਪਾਂ ਨੂੰ ਆਪਣੇ ਸ਼ਬਦ ਨਾਲ ਜੋੜੀ ਰੱਖੇ। ਇਹੋ ਜਿਹੀ ਪ੍ਰੀਤ ਚਾਹੁੰਦੇ ਆ ਗੁਰੂ ਨਾਨਕ ਸਾਹਿਬ ਜੀ। ਕਹਿੰਦੇ ਆ ਕਿ ਮੇਰੇ ਸੇਵਕ ਦੀ ਇਹੋ ਜਿਹੀ ਪ੍ਰੀਤ ਹੋਏ ਜਿਸ ਤਰ੍ਹਾਂ ਕੋਇਲ ਦੀ ਅੰਬ ਨਾਲ ਪ੍ਰੀਤ ਹੈ। ਸਹਿਜ ਸੁਭਾਏ ਮੇਰਾ ਸਾਹ ਮਿਲਿਆ ਦਰਸ਼ਨ ਰੂਪ ਅਪਾਰ, ਮਸਤ ਅਡੋਲ ਅਵਸਥਾ ਵਿੱਚ ਟਿਕਿਆ ਪ੍ਰੇਮ ਵਿੱਚ ਜੁੜਿਆ ਹੀ ਪਿਆਰਾ ਦਰਸ਼ਨੀ ਸੋਹਣਾ ਬੇਅੰਤ ਪ੍ਰਭੂ ਪਤੀ ਮਿਲਦਾ ਹੈ। ਜਦੋਂ ਉਸ ਦੇ ਸਹਿਜ ਅਵਸਥਾ 'ਚ ਉਸ ਸ਼ਬਦ ਵਿੱਚ ਲੀਨ ਹੋ ਜਾਏਗਾ ਤਾਂ ਫਿਰ ਉਹ ਪਿਆਰਾ ਦਰਸ਼ਨੀ ਪ੍ਰਭੂ ਜਿਸ ਦੇ ਦਰਸ਼ਨਾਂ ਦੁਨੀਆ ਤਰਸਦੀ ਹੈ, ਉਹ ਬੇਅੰਤ ਪ੍ਰਭੂ ਪਤੀ ਮਿਲ ਪੈਂਦਾ ਹੈ। ਮਛਲੀ ਹੋਵਾ ਜਲ ਬਸਾ ਜੀ ਜੰਤ ਸਭ ਸਾਰ, ਮੱਛੀ ਪਾਣੀ ਤੋਂ ਬਿਨਾਂ ਨਹੀਂ ਜਿਉਂ ਸਕਦੀ। ਪ੍ਰਭੂ ਦੇ ਨਾਮ ਜੇ ਮੇਰੀ ਪ੍ਰੀਤ ਵੀ ਇਹੋ ਜਿਹੀ ਬਣ ਜਾਵੇ ਤਾਂ ਮੈਂ ਮੱਛੀ ਬਣਾ, ਸਦਾ ਉਸ ਜਲ ਪ੍ਰਭੂ ਵਿੱਚ ਟਿਕੀ ਰਹਾਂ, ਭਾਵ ਮੈਂ ਮੱਛੀ ਬਣ ਜਾ ਔਰ ਪ੍ਰਭੂ ਜਲ ਬਣ ਜਾਏ। ਇਸ ਤਰ੍ਹਾਂ ਦੀ ਪ੍ਰੀਤ ਬਣ ਜਾਏ ਸਾਡੀ ਦੋਨਾਂ ਦੇ ਆਪਸ ਟਿਕੀ ਰਹਾਂ, ਅਤੇ ਜੋ ਸਾਰੇ ਜੀਵ ਜਨਤਾਂ ਦੀ ਸੰਭਾਲ ਕਰਦਾ ਹੈ, ਉਸ ਮਾਲਕ ਨਾਲ ਇਹੋ ਜਿਹੀ ਪ੍ਰੀਤ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਜੀ ਕਹਿ ਰਹੇ ਨੇ ਮਾਲਕ ਬਣਾਈ ਰੱਖੇ। ਔਰ ਵਾਰ ਪਾਰ ਮੇਰਾ ਸਾਹੋ ਵਸੈ ਹੋ ਮਿਲੋਗੀ ਬਾਹ ਪਸਾਰ, ਪਿਆਰਾ ਪ੍ਰਭੂ ਪਤੀ ਇਸ ਸੰਸਾਰ ਸਮੁੰਦਰ ਦੇ ਅਸਗਾਹ ਜਲ ਦੇ ਔਰਲੇ ਪਾਰਲੇ ਪਾਸੇ ਹਰ ਥਾਂ ਵਸਦਾ ਹੈ। ਜਿਵੇਂ ਮੱਛੀ ਆਪਣੇ ਬਾਜੂ ਖਿਲਾਰ ਕੇ ਪਾਣੀ ਵਿੱਚ ਤੈਰੀਆਂ ਲਾਉਂਦੀ ਹੈ, ਮੈਂ ਵੀ ਆਪਣੀਆਂ ਬਾਹਾਂ ਖਿਲਾਰ ਕੇ ਭਾਵ ਨਿਸੰਗ ਹੋ ਕੇ ਉਸ ਨੂੰ ਮਿਲਾਂਗੀ। ਨਿਸੰਗ ਭਲਾ ਸ਼ਰਮ ਲਾ ਕੇ ਉਸ ਅਕਾਲ ਪੁਰਖ ਨੂੰ ਮਿਲਾਂਗੀ, ਭਾਵ ਆਪਾਂ ਉਸ ਅਕਾਲ ਪੁਰਖ ਦੀਆਂ ਪਤਨੀਆਂ ਹਾਂ। ਗੁਰੂ ਸਾਹਿਬ ਜੀ ਉਦਾਹਰਨ ਦੇ ਕੇ ਸਮਝਾ ਰਹੇ ਨੇ। ਨਾਗਨ ਹੋਵਾ ਤਰ ਬਸਾ ਸ਼ਬਦ ਵਸੇ ਪਉ ਜਾਏ, ਹੁਣ ਸਪਣੀ ਦੀ ਉਦਾਹਰਨ ਦੇ ਕੇ ਸਮਝਾ ਰਿਹਾ। ਜਿਵੇਂ ਸਪਣੀ ਬੀਨ ਉੱਤੇ ਮਸਤ ਹੁੰਦੀ ਹੈ, ਪ੍ਰਭੂ ਨਾਲ ਮੇਰੀ ਪ੍ਰੀਤ ਵੀ ਇਹੋ ਜਿਹੀ ਹੋਣੀ ਬਣ ਜਾਵੇ ਤਾਂ ਮੈਂ ਸਪਣੀ ਬਣਾ, ਧਰਤੀ ਵਿੱਚ ਵਸਾਂ, ਭਾਵ ਸਭ ਦੇ ਚਰਨਾਂ ਧੂੜ ਹੋਵਾਂ। ਮੇਰੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਵਾਲਾ ਗੁਰ ਸ਼ਬਦ ਵਸੇ। ਜਿਵੇਂ ਬੀਨ ਵਿੱਚ ਮਸਤ ਹੋ ਕੇ ਸਪਣੀ ਨੂੰ ਵੈਰੀ ਦੀ ਸੁੱਧ ਬੁੱਧ ਭੁੱਲ ਜਾਂਦੀ ਹੈ, ਮੇਰਾ ਵੀ ਦੁਨੀਆ ਵਾਲਾ ਸਾਰਾ ਡਰ ਭਉ ਦੂਰ ਹੋ ਜਾਏ, ਭਾਵ ਉਸ ਕਾਲ ਪੁਰਖ ਦੇ ਵਿੱਚ ਇਸ ਤਰ੍ਹਾਂ ਜੁੜ ਜਾਵਾਂ ਜਿਵੇਂ ਸਪਣੀ ਬੀਨ 'ਤੇ ਜੁੜ ਜਾਂਦੀ ਹੈ, ਮਸਤ ਹੋ ਜਾਂਦੀ ਹੈ, ਉਸ ਨੂੰ ਆਪਦੇ ਵੈਰੀਆਂ ਦੀ ਸੁੱਧ ਨਹੀਂ ਰਹਿੰਦੀ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਤੇਰਾ ਵੀ ਕਿਸੇ ਨਾਲ ਵੈਰ ਵਿਰੋਧ ਨਾ ਰਹਿ ਜਾਏ, ਤੂੰ ਵੀ ਇਸ ਤਰ੍ਹਾਂ ਗੁਰੂ ਸਾਹਿਬ ਦੇ ਸ਼ਬਦ ਵਿੱਚ ਮਸਤ ਹੋ ਜਾ, ਤੈਨੂੰ ਸਾਰੇ ਮਿੱਤਰ ਹੀ ਲੱਗਣ। ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ, ਹੇ ਨਾਨਕ ਜਿਨ੍ਹਾਂ ਜੀਵ ਇਸਤਰੀਆਂ ਦੀ ਜੋਤ ਸੁਰਤ
ਸਦਾ ਜੋਤ ਰੂਪ ਪ੍ਰਭੂ ਵਿੱਚ ਟਿਕੀ ਰਹਿੰਦੀ ਹੈ, ਉਹ ਬੜੀਆਂ ਭਾਗਾਂ ਵਾਲੀਆਂ ਹਨ। ਫਿਰ ਬਾਰ-ਬਾਰ ਜੀਵ ਇਸਤਰੀਆਂ ਤਾਂ ਆ ਰਿਹਾ ਕਿ ਖਸਮ ਪ੍ਰਭੂ ਮਾਲਕ ਆਪਣਾ ਖਸਮ ਹੈ, ਆਪਾਂ ਉਸ ਦੀਆਂ ਜੀਵ ਇਸਤਰੀਆਂ। ਇੱਕ ਇਸਤਰੀ ਦਾ ਖਸਮ ਕਿੰਨੇ ਹੁੰਦੇ ਨੇ? ਇੱਕ ਹੀ ਖਸਮ ਹੁੰਦਾ ਹੈ। ਇਸ ਲਈ ਗੁਰੂ ਸਾਹਿਬ ਨੇ ਖਸਮ ਵਰਤਿਆ ਹੈ। ਠੀਕ ਹੈ, ਭਾਵ ਖਸਮ ਪਤੀ। ਹੋਰ ਤਾਇਆ ਚਾਚਾ ਵੀ ਵਰਤ ਸਕਦੇ ਸੀ, ਪਰ ਉਹ ਤਾਏ ਚਾਚੇ ਵਾਹਵਾ ਨਿਕਲ ਆਉਂਦੇ ਨੇ। ਇਸ ਲਈ ਗੁਰੂ ਸਾਹਿਬ ਨੇ ਖਸਮ ਵਰਤਿਆ। ਆਪਾਂ ਉਸ ਜੀਵ ਅਕਾਲ ਪੁਰਖ ਆਪਣਾ ਪਤੀ ਹੈ, ਆਪਾਂ ਉਸ ਦੀਆਂ ਜੀਵ ਇਸਤਰੀਆਂ। ਹੇ ਨਾਨਕ, ਜਿਨ੍ਹਾਂ ਜੀਵ ਇਸਤਰੀਆਂ ਦੀ ਜੋਤ ਸੁਰਤ ਸਦਾ ਜੋਤ ਰੂਪ ਸ਼ਬਦ ਵਿੱਚ ਪ੍ਰਭੂ ਵਿੱਚ ਟਿਕੀ ਰਹਿੰਦੀ ਹੈ, ਭਾਵ ਗੁਰੂ ਦੇ ਸ਼ਬਦ ਵਿੱਚ ਮਸਤ ਰਹਿੰਦੇ ਹਨ, ਗੁਰੂ ਦੇ ਸ਼ਬਦ ਦੇ ਗੁਰੂ ਦੇ ਉਪਦੇਸ਼ 'ਤੇ ਚੱਲਦੇ ਹਨ, ਉਹ ਬੜੀਆਂ ਭਾਗਾਂ ਵਾਲੀਆਂ ਹਨ। ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ। ਗੁਰੂ ਨਾਨਕ ਸਾਹਿਬ ਜੀ ਰਾਗ ਗੌੜੀ ਪੂਰਬੀ ਦੀਪਕੀ ਵਿੱਚ ਗੁਰੂ ਨਾਨਕ ਜੀ ਦੀ ਬਾਣੀ ਹੈ। ਇਸ ਵਿੱਚ ਆਪਾਂ ਨੂੰ ਕੀ ਸਮਝਾ ਰਹੇ ਨੇ ਗੁਰੂ ਸਾਹਿਬ ਜੀ? ਇੱਕ ਓਂਕਾਰ ਸਤਨਾਮ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਭਾਵ ਅਕਾਲ ਪੁਰਖ ਇੱਕ ਹੈ ਅਤੇ ਉਹ ਸੱਚੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਜਿਸ ਸਾਧ ਸੰਗਤ ਘਰ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਆਖੀ ਦੀ ਹੈ ਅਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ। ਹੇ ਜਿੰਦ ਕੁੜੀਏ, ਗੁਰੂ ਜੀ ਸਮਝਾ ਰਹੇ ਨੇ ਆਪਾਂ ਨੂੰ, ਤਿਤ ਘਰ ਗਾਵੋ ਸਹੇਲਾ ਸਿਵਰੋ ਸਿਰਜਨ ਹਾਰੋ। ਉਸ ਸਤਸੰਗ ਘਰ ਵਿੱਚ ਜਾ ਕੇ ਤੂੰ ਵੀ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ, ਸੁਹਾਗ ਮਿਲਾਪ ਦੀ ਤਾਂਘ ਦੇ ਸ਼ਬਦ ਗਾ ਅਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰ। ਤੁਮ ਗਾਵੋ ਮੇਰੇ ਨਿਰਭਉ ਕਾ ਸਹੇਲਾ। ਹੇ ਜਿੰਦੇ, ਤੂੰ ਸਤਸੰਗੀਆਂ ਨਾਲ ਮਿਲ ਕੇ ਮੇਰੇ ਨਿਰਭਉ ਖਸਮ ਦੀ ਸਿਫਤ ਸਲਾਹ ਦੇ ਗੀਤ ਗਾ ਅਤੇ ਆਖ ਕੀ? ਤੁਮ ਗਾਓ ਮੇਰੇ ਨਿਰਭਉ ਕਾ ਸਹੇਲਾ। ਹੇ ਜਿੰਦੇ, ਆਖ ਕੀ? ਹਉ ਵਾਰੀ ਜਾਓ ਜਿਤ ਸਹੇਲੈ ਸਦਾ ਸੁਖ ਹੋਏ ਰਹਾਉ। ਮੈਂ ਸਦਕੇ ਹਾਂ ਉਸ ਸਿਫਤ ਦੇ ਗੀਤ ਤੋਂ ਜਿਸ ਦੀ ਬਰਕਤ ਨਾਲ ਸਦਾ ਦਾ ਸੁੱਖ ਮਿਲਦਾ ਹੈ। ਰਹਾਉ, ਉਸ ਪ੍ਰਭੂ ਦੀ ਸਿਫਤ ਸਲਾਹ ਕਰਨ ਨਾਲ ਸਦਾ ਦਾ ਸੁੱਖ ਮਿਲਦਾ। ਮੈਂ ਉਸ ਗੀਤ ਤੋਂ ਸਦਕੇ ਹਾਂ, ਉਸ ਸ਼ਬਦ ਸਲਾਹ ਤੋਂ ਸਦਕੇ ਹਾਂ। ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਹਨ। ਰਹਾਉ ਰੁਕ ਜਾਣਾ, ਠਹਿਰ ਜਾਣਾ। ਨਿਤ ਨਿਤ ਜੀੜੇ ਸੰਭਾਲੀਣ ਦੇਖੇਗਾ ਦੇਵਨ ਹਾਰ। ਹੇ ਜਿੰਦੇ, ਜਿਸ ਖਸਮ ਦੀ ਹਜ਼ੂਰੀ ਵਿੱਚ ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾ ਦੇਣ ਵਾਲਾ ਮਾਲਕ ਹਰੇਕ ਜੀਵ ਦੀ ਸੰਭਾਲ ਕਰਦਾ ਹੈ। ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਜਿਸ ਦਾਤਾਰ ਦੀਆਂ ਦਾਤਾਂ ਦਾ ਮੁੱਲ ਹੈ, ਮੁੱਲ ਹੈ ਜਿੰਦੇ ਤੇਰੇ ਪਾਸੋਂ ਨਹੀਂ ਪੈ ਸਕਦਾ। ਉਸ ਦਾਤਾਰ ਦਾ ਕੀ ਅੰਦਾਜ਼ਾ ਤੂੰ ਲਾ ਸਕਦੀ ਹੈ? ਪ੍ਰਸ਼ਨ ਕਰ ਰਹੇ ਗੁਰੂ ਸਾਹਿਬ ਜੀ। ਭਾਵ ਉਹ ਦਾਤਾਰ ਪ੍ਰਭੂ ਬਹੁਤ ਬੇਅੰਤ ਹੈ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਸਤ ਸੰਗਤ ਵਿੱਚ ਜਾ ਕੇ ਹੇ ਜਿੰਦੇ ਅਰਜ਼ੋਈ ਕਰਿਆ ਕਰ। ਉਸ ਸੰਮਤ, ਉਹ ਦਿਹਾੜੇ, ਉਹ ਦਿਨ ਪਹਿਲਾਂ ਹੀ ਮਿਥਿਆ ਹੋਇਆ ਹੈ ਜਦੋਂ ਪਤੀ ਦੇ ਦੇਸ਼ ਜਾਣ ਲਈ ਮੇਰੇ ਵਾਸਤੇ ਮੌਤ ਪਹੁੰਚ ਆਉਣਾ ਹੈ। ਭਾਵ ਮੌਤ ਦਾ ਸੱਦਾ ਆ ਜਾਣਾ, ਉਹ ਸਾਰਾ ਦਿਨ ਪਹਿਲਾਂ ਹੀ ਲਿਖਿਆ ਨੇ। ਆਪਾਂ ਇਸ ਜਗਤ ਵਿੱਚ ਬਾਅਦ 'ਚ ਆਏ ਹਾਂ, ਪਹਿਲਾਂ ਆਪਣਾ ਮਰਨ ਮੰਡਲ ਲਿਖਾ ਕੇ ਆਏ ਹਾਂ ਕਿ ਕਿੰਨਾ ਸਮਾਂ ਆਪਾਂ ਇੱਥੇ ਜੀਂਦੇ ਰਹਿਣਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ ਆਪਾਂ ਨੂੰ ਕਿ ਜਿਵੇਂ ਇੱਕ ਜਿਹੜਾ ਸ਼ਾਹੂਕਾਰ ਹੁੰਦਾ ਹੈ, ਜਦੋਂ ਕਿਸੇ ਨੂੰ ਵਿਆਜ 'ਤੇ ਪੈਸੇ ਦਿੰਦਾ, ਉਹਦੇ ਕੋਲ ਖਾਲੀ ਚੈੱਕ 'ਤੇ ਸਾਈਨ ਕਰਾ ਲੈਂਦਾ ਹੈ। ਉਸ ਤਰ੍ਹਾਂ ਗੁਰੂ ਸਾਹਿਬ ਆਪਾਂ ਨੂੰ ਅਕਾਲ ਪੁਰਖ ਨੇ ਇੱਥੇ ਜਗਤ 'ਚ ਭੇਜਿਆ ਤਾਂ ਆਪਣੇ ਕੋਲ ਪਹਿਲਾਂ ਹੀ ਉਸਨੇ ਆਪ ਦਾ ਡੇਟ ਟਾਈਮ ਲਿਖਾ ਲਿਆ ਕਿ ਇੰਨੇ ਡੇਟ ਤੱਕ ਤੂੰ ਜਾ ਰਿਹਾ। ਇਹ ਤੇਰਾ ਕੋ ਜਿਹੜਾ ਮਨੁੱਖਾ ਜੀਵਨ ਮਿਲਿਆ ਤੈਨੂੰ, ਇਸ ਵਿੱਚ ਤੂੰ ਹੁਣ ਕੀ ਕਾਰੇ ਕਰਨੇ ਨੇ, ਇਹ ਜਿਹੜੇ ਤੂੰ ਕਰਮ ਕਰੇਂਗਾ ਇਸ ਦਾ ਹਿਸਾਬ ਕਿਤਾਬ ਤੈਨੂੰ ਅਗਲੇ ਜਨਮ 'ਚ ਦੇਣਾ ਪਏਗਾ। ਭਾਵ ਕਈਆਂ ਨੂੰ ਇੱਥੇ ਦੇਣਾ ਪੈਂਦਾ ਅਤੇ ਕਈਆਂ ਨੂੰ ਨਾਲ ਲਗਵਾ ਅਗਲਾ ਭਾਂਡਾ ਤਿਆਰ ਪਿਆ ਉਹਦੇ ਵਿੱਚ ਪਾ ਦਿੰਦੇ ਨੇ। ਜਿਹੜੀਆਂ ਜੂਨਾਂ ਜਿਨ੍ਹਾਂ 'ਚ ਆਪਾਂ ਭਟਕਣਾ ਹੈ, ਜੇ ਆਪਾਂ ਗੁਰੂ ਦੇ ਸ਼ਬਦ 'ਚ ਨਹੀਂ ਜੁੜਦੇ ਤਾਂ ਫਿਰ 84 ਲੱਖ ਜੂਨਾਂ ਲਈ ਤਿਆਰੀ ਵੱਟੀ ਰੱਖੀ ਆਪਾਂ। ਇਹ ਜਨਮ ਮਰਨ ਦਾ ਗੇੜ ਬਣਿਆ ਰਹਿਣਾ, ਇੱਦਾਂ ਹੀ ਚੱਲਦਾ ਰਹਿਣਾ। ਜਿਵੇਂ ਆਪਾਂ ਅੱਗੇ ਜਨਮਾਂ ਤੋਂ ਭਟਕੇ ਹੋਏ ਸੀ, ਉਸ ਤਰ੍ਹਾਂ ਹੀ ਇਹ ਸਿਸਟਮ ਖਾਲੀ ਹੱਥ ਆਏ ਔਰ ਖਾਲੀ ਹੱਥ ਹੀ ਜਾ ਰਹੇ ਜੀ। ਲੇਕਿਨ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਦਾਸ ਗੁਰੂ ਦਾ ਨਾਮ ਨਾਲ ਲੈ ਕੇ ਜਾਏਗਾ। ਇਸ ਵਾਰੀ
खाली नहीं जाता। ये जन्म जिहड़ा जन्म तुम्हारे लेखे, बहुत जन्म के बिछड़े बादो ये जन्म तुम्हारे लेखे। ये जन्म हुण गुरु के नाम ते है, गुरु जी सफल कर रहे हैं जन्म नूं। देहो सज्जन असीसड़ियाँ जो होवै सहब स्यों मेल, हे सतसंगी सहेलियो रल के मैनू माईए पाओ। ते हे सज्जन सहेलियो मैनू सोहणियां सीसां भी दिओ। भाव मेरे लिए अरदास भी करो जिवें पति प्रभु नाल मेरा मेल हो जाए, जिस कारण मेरा पति प्रभु नाल मेल हो जाए। इहो जिहियां मेरे लिए अरदासां भी करो ते मेरे असीसां भी दिओ, माईए भी गाओ। घर घर एहो पहुँचा सदड़े नित पवन, प्रलोक विच जाण लई मौत रूप ਇਹ ਪਹੁੰਚਾ। ਹਰੇਕ ਘਰ ਵਿੱਚ ਆ ਰਿਹਾ ਹੈ, ਇਹ ਸੱਦੇ ਨਿਤ ਪੈ ਰਹੇ ਹਨ। ਭਾਵ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠ ਜਾਏ। ਇਹ ਗੁਰੂ ਸਾਹਿਬ ਦੇ ਮੁੱਖ ਵਾਕਣੇ, ਗੁਰੂ ਸਾਹਿਬ ਦੇ ਮੂੰਹ ਤੋਂ ਉਚਾਰਨ ਬਾਣੀ ਦੇ ਪਵਿੱਤਰ ਵਾਕ ਅਨੁਸਾਰ ਆਪਾਂ ਨੂੰ ਜਦੋਂ ਸੱਦਾ ਆ ਗਿਆ ਆਪਾਂ ਨੂੰ ਜਾਣਾ ਪਏਗਾ। ਇਹੀ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਕਿ ਨਿਤ ਸੱਦੇ ਆ ਰਹੇ ਨੇ, ਪ੍ਰਲੋਕ ਵਿੱਚ ਜਾਣ ਲਈ ਮੌਤ ਰੂਪ ਦੇ ਇਹ ਪਹੁੰਚਾ ਹਰੇਕ ਘਰ ਵਿੱਚ ਪਹੁੰਚ ਰਿਹਾ ਹੈ। ਇਹ ਸੱਦਾ ਨਿਤ ਪੈ ਰਹੇ ਹਨ। ਸੱਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਇਹ ਸਤ ਸੰਗੀਓ ਉਸ ਸਦਾ ਭੇਜਣ ਵਾਲੇ ਪਤੀ ਪ੍ਰਭੂ, ਸੱਦਾ ਜਿਹੜਾ ਭੇਜ ਰਿਹਾ ਉਸ ਪਤੀ ਪ੍ਰਭੂ ਦਾ ਨੂੰ ਯਾਦ ਕਰਨਾ ਚਾਹੀਦਾ, ਕਿਉਂਕਿ ਹੇ ਨਾਨਕ ਸਾਡੇ ਵੀ ਉਹ ਦਿਨ ਨੇੜੇ ਆ ਰਹੇ ਹਨ। ਪਤਾ ਨਹੀਂ ਗੁਰੂ ਸਾਹਿਬ ਆਪਾਂ ਨੂੰ ਕਦੋਂ ਸੰਦੇਸ਼ਾ ਭੇਜ ਦੇਣ, ਅਤੇ ਬਸ ਉਸੇ ਵੇਲੇ ਆਪਾਂ ਨੂੰ ਤੁਰਨਾ ਪੈਣਾ। ਜਿਹੜਾ ਕੰਮ ਰਹਿ ਗਿਆ ਸੋ ਰਹਿ ਗਿਆ। ਉਸਨੇ 1 ਮਿੰਟ ਦਾ ਸਾਹ ਵਾਲਤੂ ਨਹੀਂ ਦੇਣਾ। ਇੱਕ ਘੜੀ ਕੋਈ ਕਹਿ ਦੇਵੇ ਮੈਨੂੰ ਦੇ ਦਿਓ ਕਿ ਮੇਰੇ ਕੋਲ ਇੰਨਾ ਧਨ ਜੁੜਿਆ ਪਿਆ, ਲੈ ਲਓ, ਮਤਲਬ ਹੀ ਨਹੀਂ। ਜਦੋਂ ਫਰਮਾਨ ਆ ਗਿਆ ਤੁਰਨਾ ਪੈਣਾ, ਸਭ ਕੁਝ ਵਿੱਚੇ ਛੱਡ ਕੇ। ਇਸ ਲਈ ਹੁਣ ਮੌਕਾ ਹੈ। ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਤੁਸੀਂ ਇੱਥੇ ਨਾਮ ਵੰਜ ਵਪਾਰ ਕਰਨ ਆਏ ਸੀ, ਨਾਮ ਦਾ ਵੰਜ ਕਰਨ ਆਏ ਸੀ, ਗਲਤ ਕੰਮਾਂ 'ਚ ਪੈ ਰਹੇ ਹੋ ਤੁਸੀਂ, ਉਸ ਰਸਤੇ ਤੋਂ ਭਟਕੇ ਹੋਏ ਹੋ। ਹੁਣ ਵੀ ਗੁਰੂ ਦੀ ਬਾਣੀ ਨਾਲ ਜੁੜ ਜਾਓ, ਗੁਰੂ ਸਾਹਿਬ ਬਖਸ਼ਿਸ਼ ਕਰਨਗੇ। ਜੁੜ ਜਾਓ, ਗੁਰੂ ਦੀ ਬਾਣੀ ਦੀ ਵਿਚਾਰ ਕਰਿਆ ਕਰੋ, ਗੁਰੂ ਦੇ ਸ਼ਬਦ ਵਿੱਚ ਗੁਰੂ ਦੇ ਉਪਦੇਸ਼ ਅਨੁਸਾਰ ਜ਼ਿੰਦਗੀ ਨੂੰ ਢਾਲੋ, ਜ਼ਿੰਦਗੀ ਨੂੰ ਬਤੀਤ ਕਰੋ, ਗੁਰੂ ਦੀ ਰਜ਼ਾ ਵਿੱਚ ਖੁਸ਼ ਰਹੋ। ਜੋ ਕੁਛ ਉਸਨੇ ਦਿੱਤਾ ਉਸ ਵਿੱਚ ਖੁਸ਼ ਰਹੋ। ਰਾਗ ਗੌੜੀ ਗੁਰੇਰੀ, ਰਾਗ ਗੌੜੀ ਗੁਰੇਰੀ ਵਿੱਚ ਗੁਰੂ ਅਮਰਦਾਸ ਜੀ ਦੀਆਂ 4 ਬੰਦਿਆਂ ਵਾਲੀ ਬਾਣੀ। ਮਹੱਲਾ ਤੀਜਾ ਚੌਪਦੇ। ਅਕਾਲ ਪੁਰਖ ਇੱਕ ਹੈ, ਅਤੇ ਉਹ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਭਾਵ ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਅਤੇ ਸੱਚੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਗੁਰ ਮਿਲਿਐ ਹਰ ਮੇਲਾ ਹੋਈ। ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ। ਆਪੇ ਮੇਲ ਮਿਲਾਵੈ ਸੋਈ। ਉਹ ਪਰਮਾਤਮਾ ਆਪ ਹੀ ਜੀਵਾਂ ਨੂੰ ਗੁਰੂ ਨਾਲ ਮਿਲਾ ਕੇ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ। ਭਾਵ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਸਭ ਕੁਛ ਕਰਨ ਵਾਲਾ ਉਹ ਆਪਣੇ ਆਪ ਹੀ ਹੈ। ਮੇਰਾ ਪ੍ਰਭ ਸਭ ਬਿਦ ਆਪੇ ਜਾਣੈ। ਪਿਆਰਾ ਪ੍ਰਭੂ ਆਪ ਹੀ ਜੀਵਾਂ ਨੂੰ ਆਪਣੇ ਚਰਨਾਂ ਵਿੱਚ ਮਿਲਣ ਦੇ ਸਾਰੇ ਤਰੀਕੇ ਜਾਣਦਾ ਹੈ। ਭਾਵ ਕਿਸ ਤਰੀਕੇ ਨਾਲ ਉਸਨੇ ਮਿਲਾਉਣਾ ਹੈ, ਉਹ ਸਭ ਤਰੀਕੇ ਉਸ ਨੂੰ ਆਉਂਦੇ ਹਨ। ਉਹ ਅਕਾਲ ਪੁਰਖ ਨੂੰ ਆਪਣੇ ਆਪ ਜੋੜ ਲੈਂਦਾ ਜਦੋਂ ਉਸ ਦੀ ਬਖਸ਼ਿਸ਼ ਹੁੰਦੀ ਹੈ, ਨਜ਼ਰ ਹੁੰਦੀ ਹੈ। ਹੁਕਮੇ ਮੇਲੇ ਸ਼ਬਦ ਪਛਾਣੇ। ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਹੁਕਮ ਅਨੁਸਾਰ ਗੁਰੂ ਨਾਲ ਮਿਲਾਉਂਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ। ਜਿੱਦਾਂ ਕਿ ਆਪਾਂ ਪਾਈ ਬੈਠੇ ਹਾਂ, ਗੁਰੂ ਸਾਹਿਬ ਦੀ ਮਿਹਰ ਸਦਕਾ, ਬਖਸ਼ਿਸ਼ ਸਦਕਾ। ਸਤਿਗੁਰੂ ਕੇ ਭਾਏ ਭਰਮ ਭਉ ਜਾਏ। ਗੁਰੂ ਦੇ ਡਰ ਅਦਬ ਵਿੱਚ ਰਿਹਾ ਦੁਨੀਆ ਵਾਲੀ ਭਟਕਣਾ ਦੇ ਡਰ ਦੂਰ ਹੋ ਜਾਂਦਾ ਹੈ। ਪੈ ਰਾਚੇ ਸੱਚ ਰੰਗ ਸਮਾਏ ਰਹਾਉ। ਜਿਹੜਾ ਮਨੁੱਖ ਗੁਰੂ ਦੇ ਡਰ ਅਦਬ ਵਿੱਚ ਮਗਨ ਰਹਿੰਦਾ ਹੈ, ਉਹ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਸਮਾਇਆ ਰਹਿੰਦਾ ਹੈ। ਭਾਵ ਉਸ ਗੁਰੂ ਦੇ ਸ਼ਬਦ ਵਿਚਾਰ ਵਿੱਚ ਜੁੜਿਆ ਰਹਿੰਦਾ ਹੈ ਅਤੇ ਗੁਰੂ ਦੇ ਉਪਦੇਸ਼ 'ਤੇ ਚੱਲਦਾ ਹੈ। ਰਹਾਉ ਠਹਿਰ ਜਾਣਾ, ਰੁਕ ਜਾਣਾ। ਗੁਰ ਮਿਲਿਐ ਹਰ ਮਨ ਵਸੈ ਸੁਭਾਏ। ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਵੀ ਆਪਣੀ ਪਿਆਰ ਰੁਚੀ ਦੇ ਕਾਰਨ ਮਨੁੱਖ ਦੇ ਮਨ ਵਿੱਚ ਆ ਵਸਦਾ ਹੈ।
ਮੇਰੇ ਪ੍ਰਭ ਪਾਰਾ ਕੀਮਤ ਨਹੀਂ ਪਾਏ। ਪਿਆਰਾ ਪ੍ਰਭੂ ਬੇਅੰਤ ਗੁਣਾਂ ਦਾ ਮਾਲਕ ਹੈ, ਕੋਈ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ। ਭਾਵ ਇਹ ਨਹੀਂ ਦੱਸਿਆ ਸਕਦਾ ਕਿ ਦੁਨੀਆ ਦੇ ਕਿਸ ਪਦਾਰਥ ਦੇ ਵੱਟੇ ਪਰਮਾਤਮਾ ਮਿਲ ਸਕਦਾ ਹੈ। ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਕਿ ਉਸ ਮਾਲਕ ਦੀ ਬਖਸ਼ਿਸ਼ ਕਿਸ ਤਰ੍ਹਾਂ ਹੋ ਸਕਦੀ ਹੈ। ਭਾਵ ਇੱਕ ਮਿਲਿਆ ਹੋਇਆ ਹੀ ਉਹ ਯੁਕਤੀ ਦੱਸ ਸਕਦਾ, ਯੁਕਤੀ ਤੋਂ ਬਿਨਾਂ ਕੁਛ ਵੀ ਨਹੀਂ। ਜੇ ਤੁਸੀਂ ਕਹੋ ਦੁੱਧ ਵਿੱਚੋਂ ਮੱਖਣ ਕੱਢਣਾ ਹੈ, ਘਿਓ ਕੱਢਣਾ ਹੈ, ਤਾਂ ਸਭ ਕੁਝ ਯੁਕਤੀ ਦੁਆਰਾ ਹੀ ਆਉਂਦਾ ਹੈ। ਜੇ ਕਿਸੇ ਨੂੰ ਯੁਕਤੀ ਦਾ ਪਤਾ ਹੋਵੇ ਤਾਂ ਸਿਆਣੀਆਂ ਸੱਸਾਂ ਨੌਵਾਂ ਨੂੰ ਸਮਝਾ ਦਿੰਦੀਆਂ ਨੇ ਅਤੇ ਉਹ ਕੱਢਣਾ ਸ਼ੁਰੂ ਕਰਦੇ ਨੇ। ਸਿਆਣੀਆਂ ਮਾਵਾਂ ਧੀਆਂ ਨੂੰ ਸਮਝਾ ਦਿੰਦੀਆਂ ਨੇ ਕਿ ਦੁੱਧ ਵਿੱਚੋਂ ਮੱਖਣ ਦੀ ਯੁਕਤੀ ਕਿਵੇਂ ਕੱਢੀਦਾ, ਮੱਖਣ ਤੋਂ ਫਿਰ ਘਿਓ ਕਿਵੇਂ ਬਣਾਈਦਾ। ਇਹ ਸਾਰਾ ਕੁਛ ਯੁਕਤੀ ਨਾਲ ਹੀ ਨਿਕਲਦਾ ਹੈ। ਧਰਤੀ 'ਚੋਂ ਪਾਣੀ ਕੱਢਣਾ ਹੈ ਤਾਂ ਆਪਾਂ ਨੂੰ ਉਹ ਬੋਰ ਵਾਲਾ ਬੁਲਾਉਣਾ ਪੈਂਦਾ, ਐਵੇਂ ਨਹੀਂ ਨਿਕਲਦਾ। ਆਪਾਂ ਧਰਤੀ ਧੋਤੀ ਜਾਈਏ, ਇੱਦਾਂ ਨਹੀਂ ਨਿਕਲਦਾ ਪਾਣੀ। ਉਹ ਗੁਰੂ ਸਾਹਿਬ ਦੀ ਕਿਰਪਾ ਜਿਸ 'ਤੇ ਬਖਸ਼ਿਸ਼ ਹੁੰਦੀ ਹੈ, ਉਹ ਯੁਕਤੀ ਸਿਖਾਉਂਦਾ ਹੈ, ਆਪਣੇ ਪਿਆਰੇ ਮਿਲਾ ਕੇ ਸਿਖਾਉਂਦਾ ਹੈ। ਇਹ ਮੱਤ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਜੋ ਹੀ ਜਾਗਿਆ ਬੰਦਾ ਹੀ ਜਗਾ ਸਕਦਾ। ਜਿਹੜਾ ਆਪ ਹੀ ਸੁੱਤਾ ਕਿਸੇ ਨੂੰ ਕਿਵੇਂ ਸਿਖਾ, ਜਿਹੜਾ ਆਪ ਮੋਹ ਭਰਮ 'ਚ ਫਸਿਆ ਹੋਇਆ ਹੈ ਉਹ ਦੂਜਿਆਂ ਨੂੰ ਭਰਮਾਂ 'ਚ ਕਿਵੇਂ ਬਾਹਰ ਕੱਢ ਦੇਗਾ। ਇਹ ਗੁਰੂ ਸਾਹਿਬ ਦੀ ਨਜ਼ਰ ਹੁੰਦੀ, ਬਖਸ਼ਿਸ਼ ਹੁੰਦੀ, ਤਾਂ ਹੀ ਇਹ ਭਰਮਾਂ ਵਿੱਚੋਂ ਨਿਕਲਿਆ ਜਾਂਦਾ ਹੈ। ਸ਼ਬਦ ਸਲਾਹੇ ਅੰਤ ਨਾ ਪਾਰਾਵਾਰ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੀ ਹਸਤੀ ਦਾ ਔਰਲਾ ਅਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ। ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ ਪ੍ਰਭੂ ਉਸ ਦੇ ਸਾਰੇ ਗੁਨਾਹ ਬਖਸ਼ ਲੈਂਦਾ ਹੈ। ਭਾਵ ਖਿਣ ਵਿੱਚ ਉਹ ਸਾਰੇ ਗੁਨਾਹਾਂ ਨੂੰ ਮਾਫ਼ ਕਰ ਦਿੰਦਾ ਹੈ। ਜੇ ਕਵੇ ਕਿ ਮੈਂ ਸਾਫ ਸੁਥਰਾ ਹੋ ਕੇ ਜਾਵਾਂ, ਉਸ ਗੁਰੂ ਦੇ ਲੜ ਲੱਗਾ, ਤਾਂ ਮਤਲਬ ਹੀ ਨਹੀਂ। ਗੁਰੂ ਸਾਹਿਬ ਆਪ ਬਖਸ਼ਣਹਾਰ ਨੇ, ਬਖਸ਼ੰਦ ਪਿਤਾ ਨੇ। ਉਹ ਆਪਣੇ ਔਗਣ ਨਹੀਂ ਦੇਖਦੇ। ਗੁਰੂ ਸਾਹਿਬ ਦੀ ਜਦੋਂ ਬਖਸ਼ਿਸ਼ ਹੁੰਦੀ ਹੈ ਫਿਰ ਸਾਰੇ ਗੁਣ ਹੀ ਗੁਣ ਪੈਦਾ ਕਰ ਦਿੰਦਾ ਗੁਰੂ ਸਾਹਿਬ। ਗੁਰ ਮਿਲਿਐ ਸਭ ਮਤ ਬੁੱਧ ਹੋਏ। ਜੇ ਗੁਰੂ ਮਿਲ ਪਏ ਤਾਂ ਮਨੁੱਖ ਦੇ ਅੰਦਰ ਉੱਚੀ ਬੁੱਧੀ ਪੈਦਾ ਹੋ ਜਾਂਦੀ ਹੈ। ਭਾਵ ਚੰਗੀ ਮੱਤ ਹੋ ਜਾਂਦੀ ਹੈ, ਚੰਗੇ ਗੁਣ ਪੈਦਾ ਹੋ ਜਾਂਦੇ ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ। ਉਸ ਦੀ ਨਜ਼ਰ 'ਤੇ ਸਾਰੀ ਖੇਡ ਹੈ। ਜਦੋਂ ਉਸ ਦੀ ਨਜ਼ਰ ਹੋ ਗਈ ਫਿਰ ਭਿਖਾਰੀ ਤੋਂ ਰਾਜ ਕਰਾਏ, ਰਾਜੇ ਤੋਂ ਭਿਖਾਰੀ ਬਣਾ ਦਿੰਦਾ ਹੈ। ਜਦੋਂ ਬਸ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਢਿੱਲੇ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 158 ਅੰਗ 'ਤੇ ਜਾ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਮਿਹਰ ਬਖਸ਼ਿਸ਼ ਕਰਦੇ ਰਹਿਣ, ਇੱਦਾਂ ਹੀ ਆਪਣੇ ਦਿਨ ਸਫਲ ਹੁੰਦੇ ਰਹਿਣ ਗੁਰੂ ਸਾਹਿਬ ਦੀ ਵਿਚਾਰ ਵਿੱਚ, ਔਰ ਗੁਰੂ ਸਾਹਿਬ ਆਪਣੇ ਚਰਨਾਂ ਵਿੱਚ ਜੋੜੀ ਰੱਖਣ। ਚਰਨਾਂ 'ਚ ਭਾਵ ਗੁਰੂ ਸ਼ਬਦ ਵਿੱਚ ਜੋੜੀ ਰੱਖਣ ਅਤੇ ਵਿਚਾਰ ਲੈਂਦੇ ਰਹਿਣ। ਔਰ ਸਿਮਰ 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 ਸੁਖ ਪਾਓ, ਕਲ ਕਲੇਸ਼ ਤਨ ਮਨਹਿ ਮਟਾਓ। ਇਸ ਤਰ੍ਹਾਂ ਆਪਣੇ ਅੰਦਰਲੇ ਜਿਹੜੇ ਵਕਾਰ ਨੇ ਉਹ ਸ਼ਾਂਤ ਰਹਿਣ। ਭਾਵ ਉਸ ਨੂੰ ਸਿਮਰ ਸਿਮਰ ਕੇ, ਉਸ ਮਾਲਕ ਦਾ ਯਾਦ ਕਰ ਕਰਕੇ ਸਿਮਰ 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 ਸੁਖ ਪਾਓ, ਕਲ ਕਲੇਸ਼ ਤਨ ਮਾਹਿ ਮਟਾਓ। ਇੱਕ ਹੈ ਸਿਮਰ 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 ਸੁਖ ਪਾਓ, ਅਵਰ ਆਪ ਜਪੋ ਅਵਰਾ ਨਾਮ ਜਪਾਓ। ਆਪ ਵੀ ਸੁੱਖ ਪਾਓ ਅਤੇ ਦੂਸਰਿਆਂ ਨੂੰ ਵੀ ਸੁਖੀ ਕਰਨ ਦਾ ਰਸਤਾ ਬਤਾਓ ਕਿ ਇਸ ਤਰ੍ਹਾਂ ਆਪਾਂ ਸੁੱਖ ਹਾਸਲ ਕਰ ਸਕਦੇ ਹਾਂ, ਆਤਮਿਕ ਆਨੰਦ ਹਾਸਲ ਕਰ ਸਕਦੇ ਹਾਂ। ਬਾਹਰੀ ਜਾਗਣਾ ਹੋ ਰਿਹਾ ਹੈ, ਅੰਦਰੂਨੀ ਜਾਗਣਾ ਹੋ ਰਿਹਾ। ਭਾਵ ਤਨ ਦਾ ਜਾਗਣਾ ਅਤੇ ਮਨ ਦੇ ਜਾਗਣੇ 'ਚ ਬਹੁਤ ਫਰਕ ਹੈ। ਤਨ ਦੇ ਸਾਰੀ ਦੁਨੀਆ ਜਾਗੀ ਫਿਰਦੀ ਹੈ, ਲੇਕਿਨ ਮਨ ਦਾ ਜਾਗਣਾ ਉਹ ਵਿਰਲਾ ਵਿਰਲਾ ਜਿਸ 'ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ ਉਹੀ ਜਾਗਦਾ। ਬਾਕੀ ਸਾਰੀ ਦੁਨੀਆ ਸੁੱਤੀ ਹੋਈ ਗੁਰੂ ਸਾਹਿਬ ਦੀ ਕਿਰਪਾ ਨਾਲ। ਜਦੋਂ ਗੁਰੂ ਸਾਹਿਬ ਨਜ਼ਰ ਕਰਦੇ ਨੇ ਉਦੋਂ ਹੀ ਜਾਗਦਾ ਬੰਦਾ। ਅਦਰਵਾਈਜ਼ ਡੇਲੀ ਸੱਚ ਬੋਲਣਾ ਅਤੇ ਸੱਚ 'ਤੇ ਚੱਲਣਾ ਬਹੁਤ ਫਰਕ ਹੈ। ਬੋਲਣਾ ਤਾਂ ਸਾਰੇ ਗੁਰਬਾਣੀ ਪੜ੍ਹ ਰਹੇ ਨੇ, ਸੱਚ ਬੋਲ ਰਹੇ ਨੇ, ਲੇਕਿਨ ਚੱਲਣਾ ਉਹ ਗੁਰੂ ਸਾਹਿਬ ਦੀ ਨਜ਼ਰ ਤੋਂ ਬਿਨਾਂ ਚੱਲਿਆ ਨਹੀਂ ਜਾਂਦਾ। ਇਹ ਰਸਤਾ ਬਹੁਤ ਕਠਿਨ ਹੈ। ਜਦੋਂ ਗੁਰੂ ਸਾਹਿਬ ਨਜ਼ਰ ਕਰਦੇ ਆ ਫਿਰ ਹੀ ਇਸ ਰਸਤੇ 'ਤੇ ਚੱਲ ਸਕਦਾ ਬੰਦਾ, ਨਹੀਂ ਤਾਂ ਅਦਰਵਾਈਜ਼ ਤੁਸੀਂ ਦੇਖ ਲਓ ਲੋਕ 70-70 80-80 ਸਾਲ ਦੇ ਹੋ ਗਏ ਆ, ਸੁਣੀ ਜਾਂਦੇ ਨੇ ਬਾਣੀ, ਆ ਰਹੇ ਨੇ, ਲੇਕਿਨ ਅਮਲ ਨਹੀਂ ਹੋ ਰਿਹਾ। ਉਹ ਨਜ਼ਰ ਜਿਹੜਾ ਉਸ ਗੁਰੂ ਦੀ ਨਜ਼ਰ ਹੋਏਗੀ ਤਾਂ ਅਮਲ ਹੋਣਾ, ਨਹੀਂ ਤਾਂ ਬੈਠ ਕੇ ਸਫਾਈ ਕਰਦੇ ਨੇ ਸਵੇਰੇ, ਭਾਵ ਨਿਤਨੇਮ ਬਾਣੀਆਂ ਜਪਦੇ ਆ, ਪੜ੍ਹਦੇ ਆ, ਠੀਕ ਆ, ਵਿਚਾਰ ਸੁਣਦੇ ਆ। ਫਿਰ ਜਦੋਂ ਜਿਵੇਂ ਘਰੇ ਆਪਾਂ ਸਫਾਈ ਨਹੀਂ ਕਰਦੇ ਸਵੇਰੇ ਸਵੇਰੇ, ਭੈਣਾਂ ਬੀਬੀਆਂ ਸਫਾਈ ਕਰਦੀਆਂ ਨੇ, ਸਫਾਈ ਕਰਨ ਤੋਂ ਬਾਅਦ ਫਿਰ ਕੋਈ ਲਿਆ ਕੇ ਬੱਠਲ ਉੱਤੇ ਗੰਦ ਸੱਟਦੇ ਅਤੇ ਕੀ ਹੋ ਗਿਆ, ਉਹੀ ਹਿਸਾਬ। ਆਪਾਂ ਗੁਰੂ ਸਾਹਿਬ ਦਾ ਸਿਮਰਨ ਨਿੱਤ ਕਰਦੇ ਹਾਂ, ਵਿਚਾਰ ਕਰਦੇ ਹਾਂ, ਲੇਕਿਨ ਬਾਹਰ ਜਾ ਕੇ ਅਮਲ ਨਹੀਂ ਕਰਦੇ। ਫਿਰ ਆਪਾਂ ਉਵੇਂ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਹਾਂ।
ਜੋ ਗੁਰੂ ਸਾਹਿਬ ਜੋ ਕਰਮਾਂ ਤੋਂ ਰੋਕਦੇ ਨੇ ਉਹੀ ਕਰਮ ਆਪਾਂ ਕਰਦੇ ਹਾਂ। ਤਾਂ ਆਪ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਇਹ ਕਰਮਾਂ ਤੋਂ ਨਿਕਲਿਆ ਨਹੀਂ ਜਾਂਦਾ। ਬੰਧਨਾਂ ਤੋਂ ਖਲਾਸੀ ਨਹੀਂ ਪਾਈ ਜਾ ਸਕਦੀ। ਇਹ 5 ਜਿਹੜੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਤੋਂ ਖਲਾਸੀ ਪਾਣੀ ਹੈ ਤਾਂ ਗੁਰੂ ਸਾਹਿਬ ਦੀ ਨਜ਼ਰ ਹੋਣੀ ਬਹੁਤ ਜ਼ਰੂਰੀ ਹੈ। ਪੜ੍ਹਨ ਨਾਲ ਕੁਛ ਨਹੀਂ ਹੁੰਦਾ। ਪੜ੍ਹ ਗੱਡੇ ਲੱਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਭਾਵੇਂ ਤੁਸੀਂ ਟਰੱਕ ਭਰ ਲਓ ਪੜ੍ਹ ਕੇ, ਪਰ ਜਦੋਂ ਤੱਕ ਗੁਰੂ ਸਾਹਿਬ ਦੀ ਬਖਸ਼ਿਸ਼ ਨਹੀਂ ਹੁੰਦੀ, ਨਜ਼ਰ ਨਹੀਂ ਹੁੰਦੀ, ਤਦ ਤੱਕ ਕੋਈ ਹੱਲ ਨਹੀਂ। ਹਾਂ, ਪੜ੍ਹ ਦੇ ਨਾਲ ਹੋਣੀ ਹੈ, ਪੜ੍ਹਨ ਨਾਲ ਹੋਣੀ ਹੈ, ਅਦਰਵਾਈਜ਼ ਹੋਣੀ ਨਹੀਂ। ਜਦੋਂ ਗੁਰੂ ਸਾਹਿਬ ਦੀ ਬਾਣੀ ਵਿਚਾਰਾਂਗੇ, ਪੜ੍ਹਾਂਗੇ ਔਰ ਉਸ 'ਤੇ ਅਮਲ ਕਰਾਂਗੇ, ਚੱਲਾਂਗੇ ਉਸ 'ਤੇ, ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਨਗੇ, ਅਦਰਵਾਈਜ਼ ਨਹੀਂ ਕਰਦੇ। ਕਿਉਂਕਿ ਪਰਖਣ ਵਾਲਾ ਗੁਰੂ ਸਾਹਿਬ ਆਪ ਹੈ ਨਾ, ਉਸਨੇ ਕੋਈ ਏਜੰਟ ਨਹੀਂ ਰੱਖਿਆ। ਖੋਟੇ ਅਤੇ ਖਰੇ ਦੀ ਪਰਖ ਗੁਰੂ ਸਾਹਿਬ ਆਪ ਕਰਦੇ ਆ। ਅੱਗੇ, ਮਨ ਨਿਰਮਲ ਵਸੈ ਸੱਚ ਸੋਏ, ਮਨੁੱਖ ਦੇ ਪਵਿੱਤਰ ਹੋਏ ਮਨ ਵਿੱਚ ਉਹ ਸਦਾ ਥਿਰ ਪ੍ਰਭੂ ਪ੍ਰਗਟ ਹੋ ਜਾਂਦਾ ਹੈ। ਭਾਵ ਹੁਣ ਆਪਾਂ ਨੂੰ 158 ਅੰਗ 'ਤੇ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਜਿਸ ਦਾ ਮਨ ਪਵਿੱਤਰ ਹੋ ਜਾਂਦਾ, ਜਿਸ ਮਨੁੱਖ ਦਾ, ਉਸ ਵਿੱਚ ਗੁਰੂ ਸਾਹਿਬ ਆਪ ਪ੍ਰਗਟ ਹੋ ਜਾਂਦੇ ਨੇ, ਆਪ ਬੈਠ ਜਾਂਦੇ ਨੇ, ਅਤੇ ਫਿਰ ਉਸ ਤੋਂ ਬਾਅਦ ਕੋਈ ਗਲਤ ਕਰਮ ਹੋਣ ਹੀ ਨਹੀਂ ਦਿੰਦੇ ਗੁਰੂ ਸਾਹਿਬ ਦੀ ਕਿਰਪਾ ਨਾਲ। ਸੱਚ ਵਸਿਆ ਸਾਚੀ ਸਭ ਕਾਰ, ਜੇ ਸਦਾ ਥਿਰ ਪ੍ਰਭੂ ਜੀਵ ਦੇ ਮਨ ਵਿੱਚ ਆ ਵਸੇ ਤਾਂ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫਤ ਸਲਾਹ ਉਸ ਦੀ ਨਿੱਤ ਦੀ ਕਾਰ ਹੋ ਜਾਂਦੀ ਹੈ, ਜੋ ਗੁਰੂ ਸਾਹਿਬ ਆਪਣੇ ਕੋਲ ਕਰਵਾ ਰਹੇ ਨੇ। ਇਹ ਸਭ ਉਸ ਦੀ ਬਖਸ਼ਿਸ਼ ਹੈ, ਨਜ਼ਰ ਹੈ। ਆਪਾਂ ਅਰਦਾਸ ਕਰਕੇ ਸ਼ੁਰੂ ਕਰਤਾ ਸੀ ਕਿ ਮਾਲਕਾ ਅਸੀਂ ਸ਼ੁਰੂ ਕਰ ਰਹੇ ਹਾਂ, ਤੁਸੀਂ ਵਿਚਾਰ ਕਰਾਉਣੀ। ਹੁਣ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਵਿਚਾਰ ਕਰਨ ਬਾਰੇ ਵਿਚਾਰ ਕੀਤੀ ਹੈ। ਗੁਰੂ ਸਾਹਿਬ ਤੁਸੀਂ ਆਪ ਬਖਸ਼ਿਸ਼ ਕਰਕੇ, ਨਜ਼ਰ ਕਰਕੇ ਕਰਾ ਲੈਣਾ। ਅਤੇ ਗੁਰੂ ਸਾਹਿਬ ਨੇ ਮਿਹਰ ਕੀਤੀ, ਇੱਕ ਦਿਨ ਵੀ ਨਾਗਾ ਨਹੀਂ ਪੈਣ ਦਿੱਤਾ। ਗੁਰੂ ਸਾਹਿਬ ਦੀ ਇੰਨੀ ਪਾਰ ਬਖਸ਼ਿਸ਼ ਹੋਈ। 158 ਅੰਗ ਮੈਂ ਸੋਚਿਆ ਵੀ ਨਹੀਂ ਸੀ ਕਿਤੇ ਮੈਂ ਪਹੁੰਚ ਜਾਵਾਂਗਾ, ਕਿਉਂਕਿ ਨਾਲ ਇਹਦੇ ਲਈ ਗੁਰੂ ਸਾਹਿਬ ਦੇ ਕਿਰਪਾ ਨਾਲ ਡੇਲੀ ਦਾ ਨੈੱਟ ਵੀ ਚਾਹੀਦਾ ਹੈ, ਔਰ ਇਸ ਨੂੰ ਕਰਨ ਵਾਸਤੇ ਇਸ ਗਲੇ ਦਾ ਵੀ ਸਾਥ, ਜ਼ਬਾਨ ਦਾ ਵੀ ਸਾਥ ਚਾਹੀਦਾ ਹੈ, ਔਰ ਬੈਠਣਾ ਔਰ ਵਿਚਾਰ ਕਰਨੀ ਬੈਠ ਕੇ। ਇਹ ਸਭ ਗੁਰੂ ਸਾਹਿਬ ਲਈ, ਗੁਰੂ ਸਾਹਿਬ ਦੀ ਵਿਚਾਰ ਉਹ ਆਪਣੇ ਆਪ ਹੀ ਟਾਈਮ ਕਢਾਉਂਦਾ। ਭਾਵੇਂ ਕਈ ਵਾਰ ਰਾਤ ਦੇ 10 ਵੀ ਵੱਜ ਜਾਂਦੇ ਨੇ, ਕਈ ਵਾਰ ਅਸੀਂ ਜਾਈਦਾ ਸੇਵਾ, ਬਾਹਰ ਸੇਵਾ ਲੱਗ ਜਾਂਦੀ ਹੈ, ਰਾਤ ਨੂੰ 10 ਵਜੇ ਤੱਕ ਵੀ ਗੁਰੂ ਸਾਹਿਬ ਨੇ ਇਹ ਸੇਵਾ ਪ੍ਰਵਾਨ ਕੀਤੀ ਹੈ ਦਾਸ ਦੀ। ਕਿ ਉਹ 40 ਮਿੰਟ ਦੀ, 45 ਮਿੰਟ ਦੀ, ਭਾਵੇਂ ਅੱਧੇ ਘੰਟੇ ਦੀ, ਗੁਰੂ ਸਾਹਿਬ ਨੇ ਜ਼ਰੂਰ ਹੀ ਮੇਰੇ ਕੋਲੋਂ ਜਦੋਂ ਦੀ ਸ਼ੁਰੂ ਕੀਤੀ ਹੈ। ਗੁਰੂ ਸਾਹਿਬ ਹਰ ਰੋਜ਼ ਮੇਰੇ ਕੋਲੋਂ ਸਿਫਤ ਸਲਾਹ ਔਰ ਭਾਵ ਗੁਰੂ ਆਪਣੀ ਵਿਚਾਰ ਜ਼ਰੂਰ ਕਰਾਉਂਦਾ ਮੇਰੇ ਕੋਲ। ਇਹ ਗੁਰੂ ਸਾਹਿਬ ਦੀ ਵਡਿਆਈ, ਗੁਰੂ ਸਾਹਿਬ ਆਪ ਹੀ ਕਰਵਾਉਣ ਵਾਲੇ। ਮੇਰੇ ਵੱਸ ਦਾ ਰੋਗ ਨਹੀਂ ਸੀ, ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਹਰ ਰੋਜ਼ ਇੱਦਾਂ ਵਿਚਾਰ ਕਰਾਂਗਾ। ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਬਖਸ਼ਿਸ਼ ਸਦਕਾ ਹੀ ਹੋ ਰਿਹਾ, ਬੰਦੇ ਦੇ ਵੱਸ ਦਾ ਰੋਗ ਨਹੀਂ ਹੈ। ਸੱਚ ਵਸਿਆ ਸਾਚੀ ਸਭ ਕਾਰ, ਜੇ ਸਦਾ ਥਿਰ ਪ੍ਰਭੂ ਜੀਵ ਦੇ ਮਨ ਵਿੱਚ ਆ ਵਸੇ ਤਾਂ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫਤ ਸਲਾਹ ਦੀ ਨਿੱਤ ਦੀ ਕਾਰ ਹੋ ਜਾਂਦੀ, ਜੋ ਆਪਣੀ ਬਣੀ ਹੋਈ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ। ਉੱਚ ਕਰਨੀ ਸ਼ਬਦ ਵਿਚਾਰ, ਉਸ ਦੀ ਕਰਨੀ ਸ੍ਰੇਸ਼ਟ ਹੋ ਜਾਂਦੀ ਹੈ। ਉਸ ਦੇ ਸ਼ਬਦ ਦੀ ਵਿਚਾਰ ਉਸ ਦੇ ਮਨ ਦੀ ਵਿੱਚ ਟਿਕੀ ਰਹਿੰਦੀ ਹੈ। ਭਾਵ ਜੋ ਗੁਰੂ ਸਾਹਿਬ ਦੀ ਆਪਾਂ ਵਿਚਾਰ ਕਰ ਰਹੇ ਹਾਂ, ਉਹ ਗੁਰੂ ਸਾਹਿਬ ਦੀ ਹੌਲੀ ਹੌਲੀ ਬਖਸ਼ਿਸ਼ ਨਾਲ ਆਪਣੇ ਹਿਰਦੇ ਵਿੱਚ ਟਿਕ ਰਹੀ ਹੈ। ਗੁਰੂ ਸਾਹਿਬ ਕਈ ਵਾਰੀ ਆਪਣੇ ਕੋਲੋਂ ਕੰਠ ਵੀ ਕਰਾ ਲੈਂਦੇ ਆ, ਉਸ ਦੀ ਬਖਸ਼ਿਸ਼ ਹੈ। ਜੇ ਕੁਛ ਆ ਗਿਆ ਦਿਮਾਗ 'ਚ ਤਾਂ ਗੁਰੂ ਸਾਹਿਬ ਆਪੇ ਕਰਾਈ ਜਾਂਦੇ ਨੇ। ਬੰਦੇ ਦੇ ਵੱਸ ਦਾ ਰੋਗ ਨਹੀਂ ਹੈ। ਭਾਵ ਸਭ ਕੁਛ ਉਸ ਦੇ ਆਪਣੇ ਹੱਥ ਵੱਸ ਹੈ। ਜੇ ਕੋਈ ਕਹੇ ਕਿ ਮੈਂ ਚਲਾਕੀ ਨਾ ਕਰ ਰਿਹਾ, ਚਲਾਕੀ ਚਲੂਕੀ ਕੁਛ ਨਹੀਂ। ਸ਼ਾਇਦ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਗੁਰੂ ਸਾਹਿਬ 'ਚ ਕੋਈ ਚਲਾਕੀ ਨਹੀਂ। ਉਸ ਦੇ ਘਰ ਵਿੱਚ ਉਸ ਨੂੰ ਕਮਲੇ ਰਮਲੇ ਔਰ ਗਰੀਬਾਂ ਨੂੰ ਨਵਾਜਣ ਵਾਲਾ ਹੈ। ਗਰੀਬ ਨਵਾਜ ਇਸ ਲਈ ਉਸ ਨੂੰ ਕਹਿੰਦੇ ਨੇ। ਅਮੀਰ ਨਵਾਜ ਕਿਉਂ ਨਹੀਂ ਕਹਿੰਦੇ? ਅਮੀਰਾਂ ਨੂੰ ਨਹੀਂ ਨਵਾਜਦਾ, ਉਹ ਗਰੀਬਾਂ ਨੂੰ ਨਵਾਜਦਾ, ਜੋ ਦਿਲੋਂ ਗਰੀਬ ਹੋ ਜਾਂਦੇ ਨੇ। ਭਾਵ ਉਹ ਦਿਲ ਦੇ ਸ਼ਾਹੂਕਾਰ ਬਣਾ ਦਿੰਦਾ। ਫਿਰ ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ, ਨਜ਼ਰ ਹੁੰਦੀ ਹੈ, ਤਾਂ ਫਿਰ ਉਹ ਦਿਲ ਦੇ ਸ਼ਾਹੂਕਾਰ ਹੋ ਜਾਂਦੇ ਆ। ਗੁਰ ਤੇ ਸਾਚੀ ਸੇਵਾ ਹੋਏ, ਸਦਾ ਥਿਰ ਪ੍ਰਭੂ ਦੀ ਸੇਵਾ ਭਗਤੀ ਗੁਰੂ ਪਾਸੋਂ ਹੀ ਮਿਲਦੀ ਹੈ। ਗੁਰੂ ਸਾਹਿਬ ਆਪ ਹੀ ਕਰਦੇ ਸੀ ਨਜ਼ਰ। ਗੁਰਮੁਖ ਨਾਮ ਪਛਾਣੇ ਕੋਏ, ਗੁਰੂ ਦੇ ਸਨਮੁਖ ਰਹਿ ਕੇ ਹੀ ਕੋਈ ਮਨੁੱਖ ਪ੍ਰਭੂ ਦੇ ਨਾਮ ਵਿੱਚ ਡੂੰਘੀ ਸਾਂਝ ਪਾਉਂਦਾ ਹੈ। ਜੀਵੇ ਦਾਤਾ ਦੇਵਨਹਾਰ, ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਸਭ ਦਾਤਾਂ ਦੇਣ ਦੇ ਸਮਰੱਥ ਦਾਤਾਰ ਪ੍ਰਭੂ ਸਦਾ ਉਸ ਦੇ ਸਿਰ ਉੱਤੇ ਜਿਉਂਦਾ ਜਾਗਦਾ ਕਾਇਮ ਹੈ। ਭਾਵ ਦਾਸ ਨੂੰ ਵਿਸ਼ਵਾਸ ਹੋ ਚੁੱਕਿਆ ਗੁਰੂ ਸਾਹਿਬ ਦੀ, ਸਾਰੇ ਕੰਮ ਗੁਰੂ ਸਾਹਿਬ ਆਪ ਕਰ ਰਹੇ ਨੇ ਮੇਰੇ।
ਮੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ। ਮੈਂ ਗੁਰੂ ਸਾਹਿਬ ਦੀ ਵਿਚਾਰ ਕਰਨੀ ਔਰ ਗੁਰੂ ਸਾਹਿਬ ਦੀ ਸੇਵਾ ਦੱਸੀ ਹੋਈ ਗੁਰੂ ਸਾਹਿਬ ਦੇ ਦਾਸਾਂ ਵੱਲੋਂ ਜੋ ਸੇਵਾ ਹੁਕਮ ਹੁੰਦੀ ਹੈ ਉਹ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਕਰਦਾ ਹਾਂ। ਗੁਰੂ ਸਾਹਿਬ ਕਰਵਾਉਂਦੇ ਨੇ, ਮੈਂ ਕੀ ਕਰਦਾ, ਉਹ ਆਪ ਹੀ ਕਰਵਾਉਂਦੇ ਨੇ। ਜਦੋਂ ਉਹਨਾਂ ਦੇ ਸੇਵਕਾਂ ਦਾ ਹੁਕਮ ਆ ਜਾਂਦਾ ਜਾਣਾ ਤਾਂ ਚਲੋ ਜੀ ਚੱਲੀਏ। ਬਸ ਗੁਰੂ ਸਾਹਿਬ ਇੱਦਾਂ ਹੀ ਸੇਵਾ ਲੈਂਦੇ ਰਹਿਣ, ਆਪਣੇ ਨਾਮ ਵਿੱਚ ਜੋੜੀ ਰੱਖਣ। ਨਾਨਕ ਹਰ ਨਾਮੈ ਲੱਗੈ ਪਿਆਰ। ਹੇ ਨਾਨਕ, ਜਿਸ ਮਨੁੱਖ ਦਾ ਪਿਆਰ ਹਰੀ ਦੇ ਨਾਮ ਵਿੱਚ ਬਣ ਜਾਂਦਾ ਹੈ। ਅੱਗੇ ਗੋਰੀ ਗੁਰੇਰੀ ਮਹੱਲਾ ਤੀਜਾ। ਗੋਰੀ ਗੁਰੇਰੀ ਬਾਣੀ ਵਿੱਚ ਗੁਰੂ ਅਮਰਦਾਸ ਜੀ ਆਪਾਂ ਨੂੰ ਕੀ ਸਮਝਾ ਰਹੇ ਹਨ। ਗੁਰ ਤੇ ਗਿਆਨ ਪਾਏ ਜਨ ਕੋਏ। ਕੋਈ ਭਾਗਾਂ ਵਾਲਾ ਮਨੁੱਖ ਗੁਰੂ ਪਾਸੋਂ ਪਰਮਾਤਮਾ ਨਾਲ ਡੂੰਘੀ ਸਾਂਝ ਹਾਸਲ ਕਰਦਾ ਹੈ। ਭਾਵ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਕੋਈ ਭਾਗਾਂ ਵਾਲਾ ਹੀ ਹੈ। ਦਾਸ ਤੇ ਬਹੁਤ ਮਾਲਕ ਨੇ ਕਿਰਪਾ ਕੀਤੀ ਹੈ। ਇਸ ਤਰ੍ਹਾਂ ਲੋਕ ਸਭਨਾਂ ਦੇ ਕਰੇ ਮਾਲਕ, ਗੁਰੂ ਦਾ ਸਾਂਝ ਬਣਾਵੇ, ਗੁਰੂ ਦੇ ਉਪਦੇਸ਼ 'ਤੇ ਚੱਲਣ ਦਾ ਬਲ ਬਖਸ਼ਿਸ਼ ਕਰੇ। ਗੁਰ ਤੇ ਬੂਝੇ ਸੀਜੇ ਸੋਏ। ਜਿਹੜਾ ਮਨੁੱਖ ਗੁਰੂ ਪਾਸੋਂ ਇਹ ਰਾਜ ਸਮਝ ਲੈਂਦਾ ਹੈ ਉਹ ਜੀਵਨ ਖੇਡ ਵਿੱਚ ਕਾਮਯਾਬ ਹੋ ਜਾਂਦਾ ਹੈ। ਗੁਰ ਤੇ ਸਹਿਜ ਸਾਚ ਵਿਚਾਰ। ਉਹ ਮਨੁੱਖ ਗੁਰੂ ਪਾਸੋਂ ਟਿਕਵੀਂ ਆਤਮਕ ਅਡੋਲਤਾ ਪ੍ਰਾਪਤ ਕਰ ਲੈਂਦਾ ਹੈ। ਸਦਾ ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਹਾਸਲ ਕਰ ਲੈਂਦਾ ਹੈ। ਗੁਰ ਤੇ ਪਾਏ ਮੁਕਤ ਦੁਆਰ। ਉਹ ਮਨੁੱਖ ਗੁਰੂ ਪਾਸੋਂ ਵਿਕਾਰਾਂ ਤੋਂ ਖਲਾਸੀ ਹਾਸਲ ਕਰ ਲੈਂਦਾ ਹੈ, ਦਾ ਦਰਵਾਜ਼ਾ ਵੀ ਲੱਭ ਲੈਂਦਾ ਹੈ। ਭਾਵ ਗੁਰੂ ਪਾਸੋਂ ਸਾਰਾ ਕੁਝ ਬਖਸ਼ਿਸ਼ ਹੁੰਦੀ ਹੈ। ਇਹ 10ਵਾਂ ਦੁਆਰ ਵੀ ਲੱਭ ਜਾਂਦਾ ਹੈ ਅਤੇ ਵਿਕਾਰਾਂ ਤੋਂ ਵੀ ਖਲਾਸੀ ਪਾ ਲੈਂਦਾ। ਭਾਵ ਮਨ ਵਿੱਚ ਜਿਹੜੇ 5 ਵਿਕਾਰ ਨੇ ਇਹ ਸ਼ਾਂਤ ਹੋ ਜਾਂਦੇ ਨੇ। ਇਹ ਕਿਹਦੇ ਨਾਲ ਹੁੰਦੇ ਨੇ? ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਸ਼ਬਦ ਦੇ ਵਿਚਾਰ ਨਾਲ, ਗੁਰੂ ਦੇ ਸ਼ਬਦ ਉਪਦੇਸ਼ 'ਤੇ ਚੱਲਣ ਨਾਲ। ਪੂਰੇ ਭਾਗ ਮਿਲੇ ਗੁਰ ਆਏ। ਜਿਸ ਮਨੁੱਖ ਨੂੰ ਪੂਰੀ ਕਿਸਮਤ ਨਾਲ ਗੁਰੂ ਆਪ ਮਿਲ ਪੈਂਦਾ ਹੈ। ਸਾਚੇ ਸਹਿਜ ਸਾਚ ਸਮਾਏ ਰਹਾਉ। ਉਹ ਸਦਾ ਥਿਰ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ। ਉਹ ਸਦਾ ਥਿਰ ਰਹਿਣ ਵਾਲੇ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਰਹਾਉ। ਗੁਰ ਮਿਲਿਐ ਤ੍ਰਿਸ਼ਨਾ ਅਗਨ ਬੁਝਾਏ। ਜੇ ਗੁਰੂ ਮਿਲ ਪਏ ਤਾਂ ਮਨੁੱਖ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ। ਜਦੋਂ ਗੁਰੂ ਦੇ ਸ਼ਬਦ ਨਾਲ ਸਾਂਝ ਪੈ ਜਾਂਦੀ ਹੈ ਤਾਂ ਫਿਰ ਉਹ ਅੱਗ ਸ਼ਾਂਤ ਹੋ ਜਾਂਦੀ ਹੈ। 5 ਵਿਕਾਰ ਨੇ ਜਿਹੜੇ ਸ਼ਾਂਤ ਪੈ ਜਾਂਦੇ ਨੇ, ਠੰਡੇ ਹੋ ਜਾਂਦੇ ਨੇ, ਅੱਗ ਬੁਝ ਜਾਂਦੀ ਹੈ। ਉਹ ਸਿਰਫ ਗੁਰੂ ਦੇ ਸ਼ਬਦ ਨਾਲ ਬੁਝ ਸਕਦੀ, ਹੋਰ ਕੋਈ ਉਪਰਾਲਾ ਨਹੀਂ ਹੈ। ਕਿਉਂਕਿ ਦਾਸ ਨੇ ਭੱਜ ਦੌੜ ਬਥੇਰੀ ਕੀਤੀ, 2013 ਤੋਂ ਲੱਗਿਆ ਸੀ, ਅੱਗ ਜਿਹੜੀ ਸ਼ਾਂਤ ਨਹੀਂ ਹੋ ਰਹੀ ਸੀ। ਗੁਰੂ ਸਾਹਿਬ ਦੇ ਨਾਮ ਵਿੱਚ ਜੁੜ ਕੇ, ਗੁਰੂ ਦੇ ਸ਼ਬਦ ਵਿੱਚ ਜੁੜ ਕੇ, ਗੁਰੂ ਦੀ ਸ਼ਬਦ ਦੀ ਵਿਚਾਰ ਕਰਕੇ ਔਰ ਗੁਰੂ ਦੇ ਸ਼ਬਦ 'ਤੇ ਤੁਰ ਕੇ ਗੁਰੂ ਦੇ ਇਹ ਸ਼ਾਂਤ ਅੱਗ ਹੋਈ ਆ। ਜਿਹੜੀ ਅੰਦਰ 5 ਵਿਕਾਰ ਨੇ ਇਹ ਨਿਰੀਆਂ ਭੜਕਾਣਾ ਹੀ ਪਾਉਂਦੇ ਨੇ, ਭੜਕਾਈ ਫਿਰਦੇ ਨੇ, ਬੰਦੇ ਨੂੰ ਭਜਾਈ ਫਿਰਦੇ ਨੇ, ਕਿਤੇ ਇੱਧਰ ਤੁਰ ਕਿਤੇ ਉੱਧਰ ਤੁਰ। ਗੁਰ ਤੇ ਸ਼ਾਂਤ ਵਸੇ ਮਨ ਆਏ। ਗੁਰੂ ਦੇ ਰਾਹੀਂ ਹੀ ਮਨੁੱਖ ਦੇ ਮਨ ਵਿੱਚ ਸ਼ਾਂਤੀ ਆ ਵਸਦੀ ਹੈ। ਆਹ ਗੁਰੂ ਕਿਹੜਾ? ਆਪਣਾ ਗੁਰੂ ਸ਼ਬਦ ਹੈ। ਗੁਰੂ ਦੇ ਰਾਹੀਂ ਗੁਰ ਸ਼ਬਦ ਹੈ ਔਰ ਸੁਰਤ ਸੇਵਕ ਹੈ। ਸੁਰਤ ਧੁਨ ਚੇਲਾ ਗੁਰੂ ਨਾਨਕ ਸਾਹਿਬ ਜੀ ਨੇ ਆਪਾਂ ਨੂੰ ਸਮਝਾਇਆ ਹੀ ਹੈ ਪਹਿਲਾਂ ਹੀ ਬਾਣੀ ਦੇ ਵਿੱਚ। ਗੁਰ ਤੇ ਪਵਿੱਤਰ, ਗੁਰ ਤੇ ਪਵਿੱਤ ਪਾਵਨ ਸੁੱਚ ਹੋਏ। ਗੁਰੂ ਪਾਸੋਂ ਹੀ ਆਤਮਕ ਪਵਿੱਤਰਤਾ, ਆਤਮਕ ਸੁੱਚ ਮਿਲਦੀ ਹੈ। ਭਾਵ ਸੁਚਮਤਾ ਉਹ ਗੁਰੂ ਸਾਹਿਬ ਦੀ ਨਜ਼ਰ ਬਖਸ਼ਿਸ਼ ਨਾਲ ਹੀ ਹੁੰਦੀ ਹੈ। ਬੰਦਾ ਸੁੱਚਾ ਨਹੀਂ ਹੋ ਸਕਦਾ। ਉਹ ਗੁਰੂ ਸਾਹਿਬ ਨਜ਼ਰ ਕਰਨ, ਖਰੇ ਤੋਂ ਖੋਟੇ ਤੋਂ ਖਰੇ ਕਰਨ ਵਿੱਚ ਗੁਰੂ ਸਾਹਿਬ ਹੀ ਆਪਣੀ ਮਦਦ ਕਰ ਸਕਦੇ ਨੇ। ਆਪਾਂ ਤਾਂ ਔਗਣਾਂ ਨਾਲ ਭਰੇ ਹੋਏ ਹਾਂ। ਉਹ ਗੁਰੂ ਸਾਹਿਬ ਚਾਹੇ ਤਾਂ ਖਿਣ ਵਿੱਚ ਉਹ ਸਾਰੇ ਔਗਣ ਮਾਫ ਕਰ ਦਿੰਦਾ ਹੈ ਔਰ ਗੁਣ ਭਰ ਦਿੰਦਾ ਹੈ। ਬਖਸ਼ਿਸ਼ ਹੁੰਦੀ ਇਸ ਨਜ਼ਰ ਹੀ ਇਸ ਤਰ੍ਹਾਂ ਦੀ ਹੈ। ਪਰ ਜਿਸ 'ਤੇ ਉਹਨੇ ਬਖਸ਼ਿਸ਼ ਆ ਗਿਆ, ਜਿਸ 'ਤੇ ਤਰੁੱਠ ਪਿਆ ਸਾਹਿਬ ਮੇਰਾ, ਬਸ ਫਿਰ ਬੱਲੇ ਬੱਲੇ ਹੋ ਜਾਂਦੀ ਹੈ। ਜੋ ਗੁਰੂ ਸਾਹਿਬ ਨੇ ਦਾਸ 'ਤੇ ਕੀਤੀ ਹੋਈ ਹੈ, ਮਾਲਕ ਸਭਨਾਂ 'ਤੇ ਕਰੇ। ਗੁਰ ਤੇ ਸ਼ਬਦ ਮਿਲਾਵਾ ਹੋਏ। ਗੁਰੂ ਦੇ ਰਾਹੀਂ ਹੀ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਗੁਰੂ ਦੇ ਸ਼ਬਦ ਰਾਹੀਂ ਮਿਲਾਪ ਹੋਣਾ ਉਹ ਗੁਰੂ ਦੀ ਕਿਰਪਾ ਨਾਲ ਹੀ ਹੋਣਾ। ਕਿਉਂਕਿ ਆਪਾਂ ਪੜ੍ਹ ਕੇ ਆਏ ਨਾ, ਏਕ ਓਂਕਾਰ ਸਤ ਗੁਰ ਪ੍ਰਸਾਦ, ਅਕਾਲ ਪੁਰਖ ਇੱਕ ਹੈ ਅਤੇ ਸੱਚੇ ਸਤਿਗੁਰੂ ਦੀ ਕਿਰਪਾ ਨਾਲ ਹੀ ਮਿਲਦਾ। ਜਦੋਂ ਤੱਕ ਉਹਦੀ ਕਿਰਪਾ ਨਹੀਂ ਹੁੰਦੀ ਉਦੋਂ ਤੱਕ ਪੜ੍ਹੀ ਜੋ ਜਿੰਨਾ ਮਰਜ਼ੀ, ਕੁਝ ਫਾਇਦਾ ਨਹੀਂ। ਜਦੋਂ ਉਸ ਦੀ ਕਿਰਪਾ ਹੋ ਗਈ ਫਿਰ ਬੱਲੇ ਬੱਲੇ ਹੋ ਜਾਣੀ। ਪਤਾ ਨਹੀਂ ਕਦੋਂ ਨਜ਼ਰ ਕਰਦੇ ਗੁਰੂ ਸਾਹਿਬ। ਇਹ ਮੈਂ ਇਸ ਕੋਲੋਂ ਲਿਖ ਵੀ ਪਾਇਆ ਹੈ ਕਿ ਦਾਸ ਤਰ੍ਹਾਂ ਤੁਹਾਡੀ ਵੀ ਜ਼ਿੰਦਗੀ ਬਦਲ ਸਕਦੀ ਹੈ। ਪਤਾ ਨਹੀਂ ਗੁਰੂ ਸਾਹਿਬ ਨੇ ਕਿਹੜਾ ਸ਼ਬਦ ਇੱਦਾਂ ਜੇ ਬਿਠਾ ਦੇਣਾ, ਬਸ ਜਿਹੜਾ ਬੈਠ ਗਿਆ ਬੱਲੇ ਬੱਲੇ ਕਰਾ ਦੇਣੀ ਫਿਰ ਗੁਰੂ ਸਾਹਿਬ ਨੇ। ਬਾਜ ਗੁਰੂ
ਸਭ ਭਰਮ ਭੁਲਾਈ। ਗੁਰੂ ਤੋਂ ਬਿਨਾਂ ਸਾਰੀ ਲੁਕਾਈ ਭਟਕਣਾ ਵਿੱਚ ਪੈ ਕੇ ਕੁਰਾਏ ਪਈ ਰਹਿੰਦੀ ਹੈ ਅਤੇ ਪ੍ਰਭੂ ਦੇ ਨਾਮ ਤੋਂ ਖੁੰਝੀ ਰਹਿੰਦੀ ਹੈ। ਗੁਰੂ ਤੋਂ ਬਿਨਾਂ ਭਾਵ ਗੁਰੂ ਦੇ ਸ਼ਬਦ ਵਿੱਚ ਜੁੜੇ ਤੋਂ ਬਿਨਾਂ ਸਾਰੇ ਭਟਕਣਾ 'ਚ ਪਏ ਹੋਏ ਸੀ। ਮੈਂ ਵੀ 2013 ਤੋਂ ਪਿਆ ਹੋਇਆ ਸੀ। ਮੈਨੂੰ ਮਹਿਸੂਸ ਹੁੰਦਾ ਸੀ ਗੁਰੂ ਸਾਹਿਬ ਮਿਲੇ ਹੋਏ ਨੇ, ਮੇਰੇ ਮੂੰਹ ਦੀ ਜ਼ੁਬਾਨ ਪੂਰੀ ਨਹੀਂ ਸੀ ਪਰ ਸਮਝ ਨਹੀਂ ਸੀ। ਲੋਕੀ ਕਮਲਾ ਚੱਕ ਕੇ ਪਾਗਲ ਸਮਝ ਕੇ ਛੱਡ ਦਿੰਦੇ ਸੀ ਕਿਤੇ। ਉਹ ਜਦੋਂ ਮਾੜਾ ਜਿਹਾ ਸੱਚ ਬੋਲਣ ਲੱਗਦਾ, ਚਲੋ ਜੀ ਇਹ ਪਾਗਲ ਹੋ ਗਿਆ, ਚਲੋ ਜੀ ਲੈ ਜਾਓ ਇਹਨੂੰ ਫਾਜ਼ਿਲਕਾ ਲੈ ਜਾਓ, ਇਹਨੂੰ ਕੋਟਕਪੂਰੇ ਲੈ ਜਾਓ ਜੀ, ਪਾਗਲਖਾਨੇ ਲੈ ਜਾਓ, ਗੰਗਾ ਨਗਰ ਲੈ ਜਾਓ, ਇਹ ਬੜੇ ਖਾਏ ਸੁਪਨਿਆਂ ਦੇ ਘਰ ਲੈ ਜਾਓ ਜੀ, ਨਸ਼ਾ ਛਡਾਊ ਕੇਂਦਰ ਲੈ ਜਾਓ, ਜੀਰੇ ਲੈ ਜਾਓ। ਜੀਰਾ ਪੰਮਾ ਬਾਈ ਹੈਗਾ ਸੀ ਜੀਵਨ ਦਾਨ ਵਾਲਾ ਸੈਂਟਰ ਵਾਲਾ, ਉਹ ਗੁਰੂ ਸਾਹਿਬ ਨੇ ਬੜੀਆਂ ਸੈਰਾਂ ਕਰਵਾਈਆਂ ਨੇ, ਉਹਦੀ ਬਖਸ਼ਿਸ਼ ਹੋਈ, ਬਸ ਮਿਲ ਹੋ ਗਿਆ। ਪੰਮੇ ਬਾਈ ਨੇ ਮੂੰਹੋਂ ਕਿਹਾ ਸੀ, ਕਹਿੰਦਾ ਇਹਨੂੰ ਪਾਗਲਖਾਨੇ ਲਿਜਾਣਾ ਪੈਣਾ ਅੰਮ੍ਰਿਤਸਰ। ਮੈਂ ਕਿਹਾ ਧੰਨ ਗੁਰੂ ਰਾਮਦਾਸ। ਉਹ ਗੁਰੂ ਰਾਮਦਾਸ ਨੇ ਕਿਰਪਾ ਕੀਤੀ, ਆਪਦਾ ਪਿਆਰਾ ਬਣਾ ਲਿਆ। ਉਸ ਦੀ ਬਖਸ਼ਿਸ਼ ਹੁੰਦਿਆਂ ਸਾਰੀਆਂ ਚਾਨਣ ਹੋ ਗਿਆ। ਫਿਰ ਪਰਵਾਹੀ ਕਣੀ ਉਸ ਤੋਂ ਬਾਅਦ ਭਾਵੇਂ 50-100 ਜਿੰਨੀ ਮਰਜ਼ੀ ਪੰਚਾਇਤ ਜੁੜੀ ਜਾਵੇ, ਪਰਵਾਹੀ ਕਣੀ ਕਿਸੇ ਦੀ। ਜਦੋਂ ਗੁਰੂ ਸਾਹਿਬ ਆਪ ਵਿੱਚ ਵਰਤ ਰਹੇ ਨੇ, ਹੁਣ ਜੋ ਕੁਛ ਕਰ ਰਹੇ ਨੇ ਗੁਰੂ ਸਾਹਿਬ ਕਰਦੇ ਆ, ਆਪਾਂ ਕੁਛ ਨਹੀਂ ਕਰਦੇ। ਆਪਾਂ ਤਾਂ ਸਿਰਫ ਉਹਨਾਂ ਨੂੰ ਇੱਕੋ ਸੰਦੇਸ਼ ਦੇਈਗਾ, ਗੁਰੂ ਸਾਹਿਬ ਦੀ 33ਵੀਂ ਪੌੜੀ ਵਿਚਾਰ ਲਓ, ਮੇਰਾ ਕੋਈ ਬੋਲਣ 'ਤੇ ਜ਼ੋਰ ਨਹੀਂ। ਗੁਰੂ ਸਾਹਿਬ ਆਪ ਬੁਲਾ ਰਹੇ ਨੇ, ਮੇਰਾ ਨਾ ਮਰਨ 'ਤੇ ਜ਼ੋਰ ਹੈ, ਨਾ ਬੋਲਣ 'ਤੇ ਜ਼ੋਰ ਹੈ, ਨਾ ਸੁਰਤੀ ਗਿਆਨ 'ਤੇ ਕੁਛ ਨਹੀਂ। ਬਸ ਉਹ ਸਾਰਾ ਕੁਛ ਗੁਰੂ ਸਾਹਿਬ ਆਪ ਹੀ ਕਰਾਉਣ ਵਾਲੇ ਨੇ। ਜਦੋਂ ਫਿਰ ਸਿਆਣੇ ਪਿਆਰੇ ਗੁਰਮੁਖ ਮਿਲਦੇ ਨੇ, ਉਹ ਸਮਝਾ ਦਿੰਦੇ ਨੇ ਵਾਕਈ ਕਿ ਜੋ 33ਵੀਂ ਪੌੜੀ ਹੈ ਗੁਰੂ ਸਾਹਿਬ ਦੀ ਇਹੀ ਬੋਲਦੀ ਪਈ ਹੈ। ਇਹੀ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਬੰਦੇ ਦਾ ਜ਼ੋਰ ਨਹੀਂ ਹੈਗਾ ਬੋਲਣ 'ਤੇ ਨਾ ਮਰਨ 'ਤੇ, ਉਹ ਸਭ ਕੁਛ ਆਪ ਹੀ ਕਰਾਉਣ ਵਾਲਾ ਹੈ। ਬਾਜ ਗੁਰੂ ਸਭ ਭਰਮ ਭੁਲਾਈ। ਬਾਜ ਗੁਰੂ, ਬਿਨਾਂ ਗੁਰੂ ਤੋਂ ਸਾਰੀ ਭਰਮ ਭੁਲਾਈ, ਮਤਲਬ ਕਿ ਸਾਰੀ ਲੁਕਾਈ ਜਿਹੜੀ ਸਾਰੇ ਜੀਵ ਭਟਕਣਾ 'ਚ ਪਏ ਹੋਏ ਹਨ, ਖੁੰਝੇ ਹੋਏ ਹਨ ਰਸਤੇ ਤੋਂ, ਸਹੀ ਰਸਤੇ ਤੋਂ ਖੁੰਝੇ ਹੋਏ ਹਨ ਅਤੇ ਕਿਰਾਏ ਪਏ ਹੋਏ ਹਨ। ਬਿਨ ਨਾਵੇਂ ਬਹੁਤਾ ਦੁੱਖ ਪਾਈ। ਪ੍ਰਭੂ ਦੇ ਨਾਮ ਤੋਂ ਬਿਨਾਂ ਲੁਕਾਈ ਬਹੁਤ ਦੁੱਖ ਪਾਉਂਦੀ ਹੈ। ਜਿਵੇਂ ਦਾਸ ਪਾ ਰਿਹਾ ਸੀ, ਉਸ ਦਾ ਨਾਮ ਨਹੀਂ ਸੀ, ਬਸ ਵਿਸ਼ਵਾਸ ਸੀ ਕਿ ਉਹ ਗੁਰੂ ਅੰਦਰ ਹੈ, ਬੈਠਾ ਹੈ, ਗੋਡ ਇੱਕ ਹੈ, ਗੋਡ ਇਜ਼ ਵਨ, ਪਰਮਾਤਮਾ ਇੱਕ ਹੈ। ਲੇਕਿਨ ਮੂੰਹ ਦੀ ਆਵਾਜ਼ ਵੀ ਪੂਰੀ ਹੁੰਦੀ ਸੀ 2013-14 ਤੋਂ, ਲੇਕਿਨ ਸਮਝ ਨਹੀਂ ਸੀ। ਸਮਝ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਵਿਚਾਰ ਕੀਤੀ, ਗੁਰੂ ਸਾਹਿਬ ਨੇ ਨਜ਼ਰ ਕੀਤੀ, ਬਖਸ਼ਿਸ਼ ਕੀਤੀ, ਤਦ ਆਈ ਸਮਝ। ਫਿਰ ਹੁਣ ਗੁਰੂ ਦੀ ਮੱਤ 'ਤੇ ਚੱਲ ਕੇ ਪਰਵਾਹੀ ਕੋਈ ਨਹੀਂ, ਜਿਹੜੇ ਮਰਜ਼ੀ ਅੱਗੇ ਆ ਜਾਏ ਨਾ, ਆਪਾਂ ਜਵਾਬ ਦੇ ਦਿੰਦੇ ਹਾਂ, ਬਾਬਾ ਜੀ ਆਓ ਬੈਠੋ, ਲਓ, ਸੁਣੋ ਵਿਚਾਰ ਗੁਰੂ ਸਾਹਿਬ ਕੀ ਕਹਿੰਦੇ ਨੇ। ਕਈ ਕਹਿੰਦੇ ਤੂੰ ਵੇਲਾ ਲਗਾ ਫਿਰਦਾ, ਮੈਂ ਕਈ ਕੋਟ ਬੈਠਤ ਹੀ ਖਾਏ, ਕਈ ਕੋਟ ਕਾਲੇ ਕਰ ਥੱਕ ਪਾਏ। ਗੁਰੂ ਸਾਹਿਬ ਵੀ ਕਈ ਕਹਿੰਦੇ ਆਪਣੇ ਸਮਝਾਉਂਦੇ ਆ ਸਾਰਾ ਕੁਛ ਬਾਣੀ ਦੇ ਵਿੱਚ, ਬਈ ਕਈ ਜਿਹੜੇ ਆਪਣੇ ਅਸ਼ਟਪਦੀਆਂ ਗੁਰੂ ਸਾਹਿਬ ਦੀ ਸੁਖਮਣੀ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਵਿਚਾਰਨ ਬਾਣੀ ਹੈ, ਉਹਦੇ ਵਿੱਚ ਸਾਰਾ ਸਮਝਾਇਆ ਗਿਆ। ਕਈ ਕੋਟ ਹੋਏ ਕੀਟ ਪਤੰਗੇ, ਬਸ ਉਹ ਸਾਰਾ ਗੁਰੂ ਸਾਹਿਬ ਦੀ ਕਿਰਪਾ ਨਾਲ ਸਮਝ ਆਉਂਦੀ ਹੈ ਜਦੋਂ ਗੁਰੂ ਸਾਹਿਬ ਨਜ਼ਰ ਕਰਦੇ ਆ। ਪਹਿਲਾਂ ਮੈਨੂੰ ਸਾਰੇ ਕਹਿੰਦੇ ਵਿਹਲਾ ਰਹਿਣਾ ਨਹੀਂ, ਮੈਂ ਕਿਹਾ ਗੁਰੂ ਸਾਹਿਬ ਜੀ ਕਿਹਾ ਕਈ ਕੋਟ ਬੈਠਤ ਹੀ ਕਾਇ, ਮੈਂ ਵਿਹਲਾ ਬਹਿ ਕੇ ਖਾਂਦਾ ਹੁੰਦਾ। ਮੇਰੇ ਗੁਰੂ ਸਾਹਿਬ ਨੇ ਮੈਨੂੰ ਸਪੈਸ਼ਲ ਬਣਾਇਆ, ਕਿਉਂਕਿ ਨਹੀਂ ਸਮਝ ਹੈਗੀ ਮਨਮੁਖਾਂ ਨੂੰ, ਗੁਰਮੁਖਾਂ ਨੂੰ ਸਮਝ ਹੈਗੀ ਹੈ ਕਿ ਉਹ ਗੁਰੂ ਸਾਹਿਬ ਆਪ ਹੀ ਕਰ ਰਹੇ ਨੇ ਸਾਰਾ ਕੁਛ। ਮਨਮੁਖ ਕਹਿੰਦੇ ਨੇ ਵਿਹਲਾ ਲਗਾ ਫਿਰਦਾ, ਗੁਰਮੁਖ ਕਹਿੰਦੇ ਨੇ ਬੜੀ ਵੱਡੀ ਸੇਵਾ ਲੈ ਰਿਹਾ ਗੁਰੂ ਸਾਹਿਬ ਦੀ ਕਿਰਪਾ ਨਾਲ। ਇਹ ਸਮਝ ਸਾਰੀ ਗੁਰਮੁਖਾਂ ਨੂੰ ਹੈ ਨਾ। ਮਨਮੁਖਾਂ ਨੂੰ ਤਾਂ ਉਹ ਮਨ ਪਿੱਛੇ ਲੱਗ ਕੇ ਭਟਕ ਰਹੇ ਨੇ, ਪੈਸਾ ਇਕੱਠਾ ਕਰੀ ਜਾਂਦੇ ਨੇ, ਕੋਠੀਆਂ ਬਣਾਈ ਜਾਂਦੇ ਨੇ, ਕਾਰਾਂ ਇਕੱਠੀਆਂ ਲਈ ਜਾਂਦੇ ਨੇ, ਇੱਕ ਕਾਰ ਆ ਗਈ ਦੂਜੀ ਲੈ ਲਈ, ਦੂਜੀ ਚੌਥੀ ਲੈ ਲਈ, ਪੰਜਵੀਂ ਲੈ ਲਈ, ਕਾਰਾਂ ਹੀ ਜੋੜੀ ਜਾਂਦੇ ਨੇ, ਛੋਟੀ ਲੈ ਲਈ, ਵੱਡੀ ਲੈ ਲਈ, ਕਦੇ ਫਾਰਚੂਨਰ ਲੈ ਜਾਂਦੀ, ਕਦੇ ਇਹ ਬਸ ਖੇਡ ਚੱਲੀ ਜਾਂਦੀ ਗੁਰੂ ਸਾਹਿਬ ਦੀ ਕਿਰਪਾ ਨਾਲ। ਉਹ ਆਪ ਹੀ ਵਰਤ ਰਿਹਾ ਸਭਨਾਂ 'ਚ, ਇਹਨਾਂ 'ਚ ਉਹਦਾ ਕੋਈ ਦੋਸ਼ ਨਹੀਂ, ਕਿਸੇ ਬੰਦੇ ਦਾ ਕੋਈ ਦੋਸ਼ ਨਹੀਂ, ਗੁਰੂ ਸਾਹਿਬ ਆਪ ਕਰਵਾ ਰਹੇ ਨੇ ਸਾਰਾ ਕੁਛ। ਜਦੋਂ ਉਸ ਗੁਰੂ ਸਾਹਿਬ ਦੀ ਨਜ਼ਰ ਸਵੱਲੀ ਹੋਏਗੀ ਫਿਰ ਉਹ ਸਹੀ ਰਸਤੇ 'ਤੇ ਪਾ ਲੈਣਗੇ। ਕਿਰਾਏ ਪਾਉਣ ਵਾਲਾ ਵੀ ਗੁਰੂ ਸਾਹਿਬ ਆਪ ਹੈ, ਔਰ ਕਿਰਾਏ ਤੋਂ ਹਟਾਉਣ ਵਾਲਾ ਸਹੀ ਰਸਤਾ ਦਿਖਾਉਣ ਵਾਲਾ ਵੀ ਗੁਰੂ ਸਾਹਿਬ ਆਪ ਹੀ ਹੈ। ਗੁਰਮੁਖ ਹੋਵੇ ਸੋ ਨਾਮ ਧਿਆਈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ। ਦਰਸ਼ਨ ਸੱਚੇ ਸੱਚੀ ਪਤ ਹੋਈ। ਪਰਮਾਤਮਾ ਦੇ ਦਰਸ਼ਨ ਵਿੱਚ ਲੀਨ ਹੋਇਆ, ਸਦਾ ਥਿਰ ਪ੍ਰਭੂ ਵਿੱਚ ਟਿਕਿਆ, ਉਸ ਨੂੰ ਸਦਾ ਥਿਰ ਰਹਿਣ ਵਾਲੀ ਇੱਜ਼ਤ ਪ੍ਰਾਪਤ ਹੋ ਜਾਂਦੀ ਹੈ। ਕਿਸ ਨੂੰ ਕਹੀਏ ਦਾਤਾ ਇੱਕ ਸੋਈ। ਪਰ ਪ੍ਰਭੂ ਨਾਮ ਦੀ ਇਸ ਦਾਤ ਵਾਸਤੇ ਪ੍ਰਭੂ ਤੋਂ ਬਿਨਾਂ ਹੋਰ
किस नूं बेनती की जाए, प्रश्न किया जा रहा गुरु साहब वालों। सिर्फ परमात्मा ही ये दात देन दे समर्थ है, होर कोई नहीं दे सकता। जदों गुरु साहब नज़र करनी है तो गुरु साहब ही कर सकते हैं, होर किसी के वस का रोग नहीं है। कर किरपा करे शब्द मिलावा होई, जिस मनुख उत्ते वह मेहर करता है उस दे शब्द के राही उसका प्रभु नाल मिलाप हो जाता है। उस अपने गुरु की बाणी नाल गुरु साहब मेहर करन तां ही मिलाप हुंदा है, तो जिस ते वो कृपा करते हैं उसका मिलाप हो जाता है। मिल प्रीतम साचे गुण गावा, प्रीतम नूं गुरु नूं मिल के मैं भी सदा थिर रहन वाले परमात्मा के गुण गाँदा रहा। नानक साचे साच समावा, नानक दी भी यही अरदास है कि सदा थिर रहन वाले परमात्मा विच लीन रहा। गौड़ी गुरेरी महला तीजा, सो थाओ सच मन निर्मल होए। वो सतसंग थां सच्चा थां है, उत्थे बैठिया मनुख का मन पवित्र हो जाता है। किस थां ते सच निवास करे सच सोए, सदा थिर प्रभु विच मनुख का मन निवास करता है। सत संगत की बरकत नाल मनुख सदा थिर प्रभु का रूप हो जाता है। सत्संग भाव गुरमुखां की संगत, जिथे गुरु की शब्द की विचार होंदी हो, गुरु के सिफत सलाह होंदी होवे, उत्थे गुरु दे थिर प्रभु का रूप हो जाता है। साची बाणी जुग चारै जापै, सतसंग विच रह के सदा थिर प्रभु की सिफत सलाह की बाणी की बरकत नाल मनुख चौहां युगां विच प्रसिद्ध हो जाता है। सब किछ साचा आपै आपे, उसनूं यकीन बन जाता है कि ये सारा आकार सदा थिर प्रभु आप ही अपने आप तो बनाने वाला है। भाव वो सारा सृष्टि सब कुछ आप ही उसने तैयार किया। सह भंग अपने आप तो पैदा होया, उसनूं किसी ने नहीं बनाया, उसने सारिਆਂ ਨੂੰ तैयार किया है। वाली सारी सृष्टि पैदा करने वाला वो आप ही है। एका कुआओ एको पसाओ, इसते होए लख दरियाओ। भाव उसके एक बोल राही ये लखां दरिया वगन लग गए, पहाड़ बन गए। ये सारी सृष्टि उसने एक बोल नाल ही बनाती है। वो इन्ना पावरफुल शक्तिफुल है। जिस मालक दा गुरु साहब की नज़र हो जाती है, जिस मनुख ते उसकी नज़र हो जाती है, वो उसका रूप ही हो जाता है। भाव जिमें दरिया विचों एक मतलब कि कटोरा पानी का भर लीए तो कटोरे विच दरिया पूरा नहीं आता। भाव जदों कटोरे नूं दरिया दे विच सुट दईए, भाव वो पानी दरिया विच तां कटोरा आ सकदा ना। भाव जिहड़ी कौली सी जां गिलास सी, वो पानी जदों दरिया विच सुट दिता भाव भर गया। भाव आपां जिहड़े सी आपां उस विच डुबकी लानी है, आपां उसका अंत लभण की कोशिश नहीं करनी। आपां उस दरिया विच समा सकते हैं लेकिन उसका अंत नहीं लभ सकते। जिहड़ा भी अंत लभण गया अज तक वापस नहीं आया दुनिया तो। भाव उसका ना अंत लभ्या जा सकता, ना उसका शुरुआत लभी जा सकती, ना उसका मुढ़ ना उसका अंत नहीं लभ्या जा सकता। कर्म होवे सतसंग मिलावै, जिस मनुख उत्ते परमात्मा की कृपा होवे उसनूं वो सत संगत विच मिलांदा है। भाव प्यारे गुरमुखां नाल मिला के उस गुरु की जुगती समझा दिंदा कि वो गुरु किद्दां मिलना है। उस गुरु के दर्शन दीदार सारा कुछ वो गुरु आप ही करने वाला, बंदे के वस का रोग नहीं है कुछ भी। गुरु साहब अपने आप ही खेड रचाते हैं, अपने आप प्यारे गुरमुखां नूं मिलाते हैं। पहलां जिहो जी मेरे जैसा संग सी वैसा रंग सी। पहलां शराबियां की संगत सी, शराब पीण की आदत पई हुई सी। गुरु साहब ने सारी संगत ही चेंज करती, सब कृपा उन्दी हुई गुरु साहब की। लीडरां की संगत सी, लीडरां नाल तुरदे ही। हाँ, भाव लीडरां च रह के गप नहीं मारदा सी, बस यही कारण सी मेरे च कि अज मैं वड्डा लीडर नहीं बन सकिया, नहीं तो शायद मैं बड़ा तगड़ा लीडर होंदा गुरु साहब की कृपा नाल, जे मैनूं गप मारने आंदे हुंदे तां। गुरु साहब ने गप बोलन नहीं दिते, शुरू तो मैं सच बोलदा ना, गुरु साहब आप ही सच बुलाते हैं, मेरे बस का रोग नहीं है। तो जदों कर्म होवे सतसंग मिलाए, सत संगत भी वो कर्मां नाल ही मिलती है। भागां वाले वो गुरमुख प्यारिਆਂ नाल अपने आप मेल हो जाते हैं, गुरु साहब आप मिलाते हैं।
ਚੰਗੀ ਸੰਗਤ, ਚੰਗੇ ਪਿਆਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਮਿਲੇ। ਚੰਦਨ ਦੇ ਰੁੱਖ ਵਰਗੇ ਠੰਡੇ, ਜਿਨ੍ਹਾਂ ਨੇ ਮੈਨੂੰ ਵੀ ਠੰਡਾ ਕੀਤਾ ਔਰ ਗੁਰੂ ਦੀ ਸੇਵਾ ਵਿੱਚ ਲਾਇਆ, ਗੁਰੂ ਦੀ ਵਿਚਾਰ ਕਰਨ ਲਈ ਸਮਝਾਇਆ। ਹਰ ਗੁਣ ਗਾਵੈ ਬੈਸੋ ਥਾਏ ਰਹਾਉ। ਉਸ ਥਾਂ ਵਿੱਚ ਉਹ ਮਨੁੱਖ ਬੈਠ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ। ਰਹਾਉ। ਚਲੋ ਇਹ ਜੀਵਾ ਦੂਜੇ ਭਾਏ, ਸੜ ਜਾਏ ਇਹ ਜੀਵ ਜੇ ਇਹ ਹੋਰ ਸਵਾਦਾਂ ਵਿੱਚ ਹੀ ਰਹਿੰਦੀ ਹੈ ਤਾਂ। ਭਾਵ ਇਹ ਜੀਵ ਉਸ ਮਾਲਕ ਦੀ ਸਿਫਤ ਸਲਾਹ ਤੋਂ ਇਲਾਵਾ ਕੋਈ ਹੋਰ ਸਵਾਦਾਂ 'ਚ ਰਹਿੰਦੀ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਜੀਵ ਸੜ ਜਾਏ। ਹਰ ਰਸ ਨਾ ਚਾਖੈ ਫੀਕਾ ਲਾਹੇ। ਜੇ ਇਹ ਪ੍ਰਭੂ ਦੇ ਨਾਮ ਦਾ ਸਵਾਦ ਤਾਂ ਨਹੀਂ ਚਖਦੀ, ਪਰ ਨਿੰਦਾ ਆਦਿਕ ਦਾ ਫਿੱਕੇ ਬੋਲ ਬੋਲਦੀ ਰਹਿੰਦੀ ਹੈ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਨੇ ਜੀਭ ਸੜ ਜਾਏ ਜੇ ਫਿੱਕੇ ਬੋਲ ਬੋਲਦੀ ਹੈ ਤਾਂ। ਬਿਨ ਬੂਝੇ ਤਨ ਮਨ ਫਿੱਕਾ ਹੋਏ। ਪਰਮਾਤਮਾ ਦੇ ਨਾਮ ਦਾ ਸਵਾਦ ਸਮਝਣ ਤੋਂ ਬਿਨਾਂ ਮਨੁੱਖ ਦਾ ਮਨ ਫਿੱਕਾ, ਪ੍ਰੇਮ ਤੋਂ ਸਖਣਾ ਹੋ ਜਾਂਦਾ ਹੈ। ਸਰੀਰ ਦੀ ਫਿੱਕਾ ਹੋ ਜਾਂਦਾ ਹੈ। ਭਾਵ ਗਿਆਨ ਇੰਦਰੇ ਵੀ ਦੁਨੀਆ ਦੇ ਓਛੇ ਪਦਾਰਥਾਂ ਵੱਲ ਦੌੜਨ ਦੇ ਆਦੀ ਹੋ ਜਾਂਦੇ ਹਨ। ਭਾਵ ਇਹ ਆਪਣੀਆਂ ਗਿਆਨ ਇੰਦਰੀਆਂ ਨੇ ਜਿਹੜੀਆਂ ਉਹ ਦੂਜੇ ਕਰਮਾਂ 'ਚ ਦੂਜੇ ਪਾਸੇ ਲੈ ਕੇ ਜਾਣਗੀਆਂ, ਜਿੱਥੇ ਨਿੰਦਾ ਚੁਗਲੀ ਹੁੰਦੀ ਹੋਵੇ, ਜਿੱਥੇ ਗੱਪ ਨੀਂਦੇ ਪਿਆਉਣ, ਉੱਧਰ ਨੂੰ ਭਜਾਉਂਦੀਆਂ ਨੇ। ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਜਾਂਦੀ ਹੈ ਫਿਰ ਉਹ ਸਤਸੰਗੀ ਇਹੋ ਜਿਹਾ ਮਿਲਾਉਂਦਾ ਜਿਸ ਨਾਲ ਉਸ ਗੁਰੂ ਨਾਲ ਮਿਲਾਪ ਹੀ ਰਹੇ ਅੱਠੇ ਟਾਈਮ। ਭਾਵ ਉਹ ਸਭ ਗੁਰੂ ਸਾਹਿਬ ਦੀ ਆਪਣੀ ਬਖਸ਼ਿਸ਼ ਨਜ਼ਰ ਹੈ। ਉਹ ਚਾਹੇ ਕਿਰਾਏ ਪਾਵੇ, ਉਹ ਪਾਵੇ ਸਿੱਧੇ ਰਸਤੇ, ਉਹ ਸਾਰਾ ਕੁਛ ਉਸਨੇ ਆਪਣੇ ਹੱਥ 'ਚ ਰੱਖਿਆ। ਬੰਦੇ ਨੂੰ ਭਟਕਣਾ 'ਚ ਪਾਉਣ ਵਾਲਾ ਵੀ ਉਹੀ ਹੈ, ਸਿੱਧੇ ਰਾਹ ਪਾਉਣ ਵਾਲਾ ਵੀ ਉਹੀ। ਜਦੋਂ ਉਸ ਦੀ ਨਜ਼ਰ ਹੋ ਜਾਂਦੀ, ਦੀ ਬਖਸ਼ਿਸ਼ ਹੋ ਜਾਂਦੀ ਹੈ, ਫਿਰ ਸਿੱਧੇ ਰਾਹ, ਨਹੀਂ ਤਾਂ ਕਿਰਾਏ ਦੁਨੀਆ ਪਈ ਆਪਣੇ ਮਨ ਪਿੱਛੇ ਲੱਗ ਕੇ। ਬਿਨ ਨਾਮ ਹੈ ਦੁਖੀਆ